ਡਾਕਟਰ ਸੁਰਜੀਤ ਜੀ, ਮੁਖੀ ਪੰਜਾਬੀ ਵਿਭਾਗ ਤੇ ਮੇਰੇ ਬਹੁਤ ਗਹਿਰੇ ਪੁਰਾਣੇ ਦੋਸਤਾਂ 'ਚੋਂ ਇੱਕ। ਡਾਕਟਰ ਜਸਵਿੰਦਰ ਸੈਣੀ ਜੀ, ਗਜ਼ਲ ਦੇ ਪੰਜਾਬੀ ਗਜ਼ਲ ਦੇ ਖਾਸ ਤੌਰ 'ਤੇ ਹਵਾਲੇ ਨਾਲ ਸਾਡੀ ਸਾਂਝ ਬਹੁਤ ਪੁਰਾਣੀ ਹੈ। ਪ੍ਰੋਫੈਸਰ ਰਾਜਪਾਲ ਜੀ ਸਾਡੇ ਪਿੰਡ ਦੇ ਬਿਲਕੁਲ ਗੁਆਂਢ ਵਿੱਚ ਵਸਣ ਵਾਲੇ ਅਤੇ ਬਹੁਤ ਲੰਮੇ ਸਮੇਂ ਤੋਂ ਸਾਡੇ ਪਰਿਵਾਰਕ ਸੰਬੰਧ ਵੀ ਹੈ, ਇਲਾਕਾਈ ਸੰਬੰਧ ਵੀ ਹੈ। ਸਾਰੇ ਖੋਜਾਰਥੀ, ਸਾਰੇ ਵਿਦਿਆਰਥੀ। ਨੀਤੂ ਅਰੋੜਾ ਸਾਡੇ ਜਿਹੜੇ ਬਹੁਤ ਅੱਛੇ ਸ਼ਾਇਰ ਨੇ, ਚਿੰਤਕ ਨੇ, ਬੁਲਾਰੇ ਨੇ, ਉਹ ਵੀ ਇਸ ਅੱਜ ਦੀ ਗੱਲਬਾਤ ਦਾ ਹਿੱਸਾ ਨੇ। ਸੋ ਮੈਨੂੰ ਇੱਕ ਤਾਂ ਇਹ ਹੈ ਕਿ ਸ਼ਾਇਦ ਪਹਿਲੀ ਵਾਰ ਯੂਨੀਵਰਸਿਟੀ ਵਿੱਚ ਇਸ ਤਰ੍ਹਾਂ ਦੇ ਅਕਾਦਮਿਕ ਤੌਰ 'ਤੇ ਕਿਸੇ ਤਰੀਕੇ ਨਾਲ ਮਿਲਣ ਦਾ, ਬੋਲਣ ਦਾ ਮੌਕਾ ਮਿਲਿਆ। ਹਾਲਾਂਕਿ 30 ਸਾਲ ਮੈਂ ਕਾਲਜ 'ਚ ਇਹੀ ਕੰਮ ਕੀਤਾ, ਪਰ ਯੂਨੀਵਰਸਿਟੀ ਦਾ ਆਪਦਾ ਇੱਕ ਪੱਧਰ ਹੁੰਦਾ, ਉਹਦੀ ਆਪਣੀ ਇੱਕ ਹਾਇਰਾਰਕੀ ਹੁੰਦੀ ਹੈ। ਤਾਂ ਉਹਦੇ ਵਿੱਚ ਜਿਹੜੀ ਮੈਨੂੰ ਥੋੜ੍ਹੀ ਝਿਜਕ ਸੀ ਬੋਲਣ 'ਚ, ਉਹ ਸੁਰਜੀਤ ਹੋਰਾਂ ਨੇ ਬਹੁਤ ਕਹਿ ਲਓ ਆਤਮੀ ਸ਼ਬਦ ਬੋਲ ਕੇ ਮੈਨੂੰ ਜ਼ਰਾ ਆਸਾਨ ਕਰ ਦਿੱਤਾ। ਇਹ ਚੰਗੇ ਅਧਿਆਪਕ ਦੇ ਗੁਣ ਹੁੰਦੇ ਆ ਕਿ ਉਹ ਆਪਣੇ ਤੋਂ ਬਾਅਦ ਬੋਲਣ ਵਾਲੇ ਨੂੰ ਇਸ ਤਰ੍ਹਾਂ ਇੱਕ ਸੁਖਾਵਾਂ ਰਸਤਾ ਦੇ ਦੇਣ। ਅੱਜ ਦੀ ਜਿਹੜੀ ਗੱਲਬਾਤ ਆਪਾਂ ਕਰਨੀ ਆ ਉਹ ਹੈ ਕਿ ਕਵਿਤਾ ਹੁੰਦੀ ਕੀ ਹੈ ਨਾ। ਵਾਟ ਇਜ਼ ਪੋਇਟਰੀ? ਕਵਿਤਾ ਕੀ ਹੈ? ਕਵਿਤਾ ਬਣਦੀ ਕਿਸ ਤਰ੍ਹਾਂ ਹੈ? ਕਵਿਤਾ ਆਉਂਦੀ ਕਿੱਥੋਂ ਹੈ? ਸੋ ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹਮੇਸ਼ਾ ਹੀ ਕਵੀ ਦੇ ਸਾਹਮਣੇ ਵੀ, ਕਵਿਤਾ ਪੜ੍ਹਨ ਵਾਲੇ ਦੇ ਸਾਹਮਣੇ ਵੀ, ਅਤੇ ਕਵਿਤਾ ਦਾ ਚਿੰਤਨ ਕਰਨ ਵਾਲੇ ਦੇ ਸਾਹਮਣੇ ਵੀ ਸਵਾਲ ਇਹ ਰਿਹਾ। ਪਰ ਇਹਦਾ ਓਨਾ ਹੀ ਸ਼ਾਨਦਾਰ ਅਤੇ ਸੰਖੇਪ ਜਵਾਬ ਇਸ ਪ੍ਰਸ਼ਨ ਦਾ ਇਹ ਵੀ ਬਣਦਾ ਕਿ ਜਿਹੜੀ ਕਵਿਤਾ ਉਹ ਕੀ ਨਹੀਂ ਹੈ। ਜੇ ਅਸੀਂ ਸਵਾਲ ਕਰਦੇ ਹਾਂ ਕਵਿਤਾ ਕੀ ਹੈ, ਤਾਂ ਇਹਦਾ ਜਵਾਬ ਇਹ ਬਣਦਾ ਕਿ ਕਵਿਤਾ ਕੀ ਨਹੀਂ ਹੈ ਅਤੇ ਕਵਿਤਾ ਕਿੱਥੇ ਨਹੀਂ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਵੀ ਕਵਿਤਾ ਪਈ ਹੁੰਦੀ ਹੈ, ਉੱਥੇ ਵੀ ਕਾਵਿਕਤਾ ਪਈ ਹੁੰਦੀ ਹੈ। ਸਾਡੇ ਆਮ ਵਿਹਾਰ ਵਿੱਚ ਵੀ ਕਵਿਤਾ ਪਈ ਹੁੰਦੀ ਹੈ। ਤਾਂ ਇਸ ਤਰ੍ਹਾਂ ਕਵਿਤਾ ਦੀ ਜਿਹੜੀ ਨਿਰਖ ਪਰਖ ਕਰਨਾ, ਕਵਿਤਾ ਨੂੰ ਸਮਝਣਾ ਕਿ ਕਵਿਤਾ ਕਿਸ ਕਿਸਮ ਦੀ ਸ਼ੈ ਹੈ, ਕਵਿਤਾ ਕਿਸ ਕਿਸਮ ਦੀ ਚੀਜ਼ ਹੈ, ਕਵਿਤਾ ਕਿਸ ਕਿਸਮ ਦਾ ਫਿਨੋਮੀਨਨ, ਇਹ ਕੁਛ ਆਪਾਂ ਗੱਲਾਂ ਅੱਜ ਵਿਚਾਰਾਂਗੇ। ਅਤੇ ਸਿਧਾਂਤ ਦੇ ਤੌਰ 'ਤੇ, ਥਿਊਰੀ ਦੇ ਲੈਵਲ 'ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਹੋਣਗੀਆਂ ਇਸ ਤੋਂ ਪਹਿਲਾਂ। ਮੈਂ ਕੋਸ਼ਿਸ਼ ਕੀਤੀ, ਕਿਉਂਕਿ ਪਿਛਲੇ ਦਿਨਾਂ 'ਚ ਮੈਂ ਇਤਫਾਕ ਨਾਲ ਹੀ ਕਾਫੀ ਸਾਰੀ ਵਿਸ਼ਵ ਕਵਿਤਾ ਪੜ੍ਹ ਰਿਹਾ ਸੀ, ਤਾਂ ਉਹਦੇ ਵਿੱਚੋਂ ਹੀ ਜਿਹੜੀ ਅੱਜ ਵਾਲੀ ਗੱਲਬਾਤ ਦਾ ਇੱਕ ਤਰ੍ਹਾਂ ਫੁਰਨਾ ਨਿਕਲ ਆਇਆ ਕਿ ਕਵਿਤਾ ਦੀ ਪੈਦਾਵਾਰ ਵਾਲੇ ਗੱਲਾਂ ਕੀਤੀਆਂ ਜਾਣ। ਅਤੇ ਇਹ ਸਿਧਾਂਤਕ ਗੱਲਾਂ ਦੇ ਨਾਲ ਨਾਲ ਆਪਾਂ ਕੁਛ ਕਵਿਤਾ ਦੀ ਵਿਹਾਰਕਤਾ ਦੀ, ਜਾਂ ਕਵਿਤਾ ਦਾ ਜਿਹੜਾ ਇੱਕ ਅਸਲ ਰੂਪ ਹੈ, ਜੇ ਇਹਨੂੰ ਹੋਰ ਖੋਲ੍ਹਵੇਂ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਨਜ਼ਮ ਦੇ ਰਾਹੀਂ ਕਵਿਤਾ ਨੂੰ ਕਿਵੇਂ ਸਮਝਿਆ ਜਾ ਸਕਦਾ, ਇਹ ਕੁਛ ਗੱਲਾਂ ਆਪਾਂ ਅੱਜ ਦੇ ਵਿੱਚ ਕਰਾਂਗੇ। ਤਾਂ ਮੋਟੇ ਤੌਰ 'ਤੇ ਜਿਹੜੀ ਕਵਿਤਾ ਹੈ ਉਹ ਹਮੇਸ਼ਾ ਹੀ ਇੱਕ ਜਿਹੜੀ ਉਹਦੀ ਕਹਿ ਲਓ ਉਹਦਾ ਸੁਭਾਅ ਅਸੀਂ ਜਾਣਦੇ ਹਾਂ, ਪਰਖਦੇ ਹਾਂ ਕਿ ਕਵਿਤਾ ਇੱਕ ਭਾਸ਼ਾ ਦਾ ਇੱਕ ਰੂਪ ਹੈ, ਉਹਦਾ ਇੱਕ ਵਰਤਾਰਾ ਹੈ। ਭਾਸ਼ਾ ਨੂੰ ਇੱਕ ਵਿਉਂਤਬੰਦੀ ਦੇ ਢੰਗ ਨਾਲ ਇੱਕ ਭਾਸ਼ਿਕ ਕਹਿ ਲਓ ਇਕਾਈ ਹੈ ਜਿਹੜੀ ਕਵਿਤਾ ਹੁੰਦੀ ਹੈ। ਔਰ ਇਹਦੇ ਅੰਦਰ ਖਾਸ ਤੌਰ 'ਤੇ ਜਿਹੜੇ ਕਲਪਨਾ ਦਾ ਬਹੁਤ ਵੱਡਾ ਇੱਕ ਹੱਥ ਹੁੰਦਾ ਕਿ ਜੇ ਤੁਸੀਂ ਕਲਪਨਾਸ਼ੀਲ ਨਹੀਂ ਤਾਂ ਤੁਸੀਂ ਨਾ ਕਵਿਤਾ ਸਮਝ ਸਕਦੇ ਹੋ, ਨਾ ਕਵਿਤਾ ਬਾਰੇ ਕੋਈ ਗੱਲ ਕਰ ਸਕਦੇ ਹੋ, ਅਤੇ ਨਾ ਹੀ ਕਵਿਤਾ ਲਿਖ ਸਕਦੇ ਹੋ। ਤਾਂ ਜਿਹੜਾ ਪਹਿਲਾ ਇੱਕ ਬਹੁਤ ਜ਼ਰੂਰੀ ਜੁਜ਼ ਹੈ ਕਵਿਤਾ ਦਾ, ਉਹ ਕਲਪਨਾਸ਼ੀਲ ਹੋਣਾ ਬਹੁਤ ਲਾਜ਼ਮੀ ਹੈ। ਉਸ ਤੋਂ ਅੱਗੇ ਫਿਰ ਸੰਵੇਦਨਸ਼ੀਲਤਾ ਦੇ, ਫਿਰ ਜਿਹੜੇ ਭਾਸ਼ਾਈ ਪ੍ਰਵੀਨਤਾ ਦੇ ਮਸਲੇ ਆਉਂਦੇ। ਜਿਵੇਂ ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਮੈਂ ਕਵਿਤਾ ਬਾਰੇ ਇੱਕ ਤਰ੍ਹਾਂ ਦੇ 3 ਸ਼ੱਸ਼ੇ ਬਣਾਏ ਹੋਏ ਨੇ। ਉਹਨਾਂ ਨੇ ਆਪਣੀ ਇੱਕ ਨਜ਼ਮ ਦੇ ਵਿੱਚ ਲਿਆ ਕਿ ਸਭ ਤੋਂ ਪਹਿਲਾਂ ਸ਼ਿੱਦਤ ਬਹੁਤ ਜ਼ਰੂਰੀ ਹੈ, ਫਿਰ ਸ਼ਿਲਪ ਤੁਹਾਨੂੰ ਆਉਣਾ ਚਾਹੀਦਾ,
ਔਰ ਫਿਰ ਸ਼ਊਰ ਤੁਹਾਡੇ ਕੋਲ ਹੋਣਾ ਚਾਹੀਦਾ, ਜਿਹਨੂੰ ਅੰਗਰੇਜ਼ੀ ਵਿੱਚ ਅਸੀਂ ਵਰਲਡ ਵਿਊ ਦੇ ਨਾਲ ਜਾਂ ਵਿਜ਼ਨ ਦੇ ਨਾਮ ਨਾਲ ਜਾਣਦੇ ਹਾਂ। ਜਿਹੜਾ ਵਿਵੇਕ ਹੈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿ ਕਵੀ ਕੋਲ ਵਿਜ਼ਡਮ ਤੋਂ ਵੀ ਅੱਗੇ ਜਾ ਕੇ ਵਿਵੇਕ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੈ, ਜਿਹਦੇ ਨਾਲ ਬਹੁਤ ਅੱਛੀਆਂ ਕਵਿਤਾਵਾਂ ਦੀ ਪੈਦਾਵਾਰ ਹੋ ਸਕਦੀ ਹੈ। ਕਵਿਤਾ ਜਿਹੜੀ ਆ ਉਹ ਨਾਚ ਵਿੱਚੋਂ ਅਤੇ ਸੰਗੀਤ ਦੇ ਸੁਮੇਲ 'ਚੋਂ ਪੈਦਾ ਹੋਈ। ਆਪਾਂ ਸਾਰੇ ਜੇ ਇਹਨੂੰ ਇਤਿਹਾਸਕ ਤੌਰ 'ਤੇ ਵੀ ਜਾਣੀਏ ਤਾਂ ਰੱਬ ਦੇ ਕੁਦਰਤ ਦੇ ਪ੍ਰਕੋਪਾਂ ਤੋਂ ਜਿਹੜੇ ਡਰ ਬਣੇ ਹੋਏ ਸੀ, ਉਹਨਾਂ ਨਾਲ ਇੱਕ ਤਰ੍ਹਾਂ ਦਾ ਸੰਵਾਦ ਕਰਨ ਲਈ, ਚਾਹੇ ਉਹਦਾ ਰੂਪ ਅਰਾਧਨਾ ਮੁਖੀ ਸੀ, ਇਸ ਤਰ੍ਹਾਂ ਕਵਿਤਾ ਦੀ ਸ਼ੁਰੂਆਤ ਹੁੰਦੀ ਹੈ। ਤਾਂ ਹੌਲੀ ਹੌਲੀ ਜਿਵੇਂ ਜਿਵੇਂ ਸਾਡੀ ਭਾਸ਼ਾ ਤਰੱਕੀ ਕਰਦੀ ਹੈ, ਭਾਸ਼ਾ ਦੇ ਅੰਦਰ ਨਵੇਂ ਆਯਾਮ ਆਉਂਦੇ ਹੈ, ਭਾਸ਼ਾ ਦੇ ਅੰਦਰ ਨਵੇਂ ਪ੍ਰਯੋਗ ਹੁੰਦੇ ਹੈ, ਉਵੇਂ ਸਾਡੀ ਕਵਿਤਾ ਵੀ ਨਵੀਂ ਹੁੰਦੀ ਜਾਂਦੀ ਹੈ। ਆਪਾਂ ਪੁਰਾਣੀ ਕਵਿਤਾ ਤੋਂ ਲੈ ਕੇ, ਚਾਹੇ ਅਸੀਂ ਵੈਸਟ ਦੀ ਕਵਿਤਾ ਪੜ੍ਹੀਏ, ਚਾਹੇ ਭਾਰਤ ਦੀ ਕਵਿਤਾ ਪੜ੍ਹੀਏ, ਆਧੁਨਿਕ ਕਵਿਤਾ ਤੱਕ ਆਉਂਦਿਆਂ ਕਾਫੀ ਸਾਰੀਆਂ ਤਬਦੀਲੀਆਂ ਰੂਪ ਤੋਂ ਇਲਾਵਾ ਉਹਦੇ ਸਾਰੇ ਅੰਦਾਜ਼ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ। ਭਾਸ਼ਾ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ, ਤੁਸੀਂ ਸਭ ਜਾਣਦੇ ਹੋ, ਹੈ ਨਾ। ਸਭ ਤੋਂ ਸੁੱਧਾ ਕਿ ਇਹ ਜਿਹੜੇ ਮੂੰਹ ਜ਼ੋਰ ਮਨ ਦੇ ਉਛਾਲੇ ਹੁੰਦੇ ਆ, ਉਹਨਾਂ ਦਾ ਇੱਕ ਤਰ੍ਹਾਂ ਆਪ ਮੁਹਾਰਾ ਪ੍ਰਵਾਹ ਅਸੀਂ ਇਹਨੂੰ ਮੰਨਦੇ ਹਾਂ ਕਿ ਜਿਹੜੇ ਵਲਵਲੇ ਹੁੰਦੇ ਆ, ਜਦੋਂ ਬੇਰੋਕ ਤੌਰ 'ਤੇ ਉਹ ਨਿਕਲਦੇ ਆ ਤਾਂ ਸ਼ਾਇਦ ਕਵਿਤਾ ਹੁੰਦੀ ਆ। ਇਸੇ ਤਰ੍ਹਾਂ ਕਾਲਰਿਜ ਨੇ ਇਹਨੂੰ ਕਿਹਾ ਸੀ ਕਿ ਬੈਸਟ ਵਰਡਸ ਇਨ ਬੈਸਟ ਆਰਡਰ, ਕਿ ਜਿਹੜੇ ਸਭ ਤੋਂ ਉੱਤਮ ਸ਼ਬਦ ਹੈ ਉਹਨਾਂ ਨੂੰ ਉੱਤਮ ਤਰੀਕੇ ਨਾਲ ਲੜੀਬੱਧ ਕਰਨਾ ਹੀ ਸ਼ਾਇਦ ਕਵਿਤਾ। ਜਿਹੜੀ ਇਹ ਸਾਰੇ ਪ੍ਰਸੰਗਾਂ ਵਿੱਚੋਂ ਮੈਂ 3-4 ਚੀਜ਼ਾਂ ਨੋਟ ਕੀਤੀਆਂ। ਭਾਰਤੀ ਕਾਵਿ ਸ਼ਾਸਤਰ ਵਾਲੇ ਜਿਹੜੇ ਮੰਨਦੇ ਨੇ ਉਹ ਰਸੇ ਹੋਏ ਵਾਕਾਂ ਨੂੰ ਕਵਿਤਾ ਕਹਿੰਦੇ ਆ, ਪਰ ਜਿਹੜੀ ਇਹਨਾਂ ਵਿੱਚ ਇੱਕ ਬਰੁਕਸ ਦੀ ਡੈਫੀਨੇਸ਼ਨ ਹੈ, ਪਰਿਭਾਸ਼ਾ, ਉਹ ਜ਼ਿਆਦਾ ਮੈਨੂੰ ਵਧੀਆ ਲੱਗੀ ਕਿ ਜਿਹੜੀ ਕਵਿਤਾ ਉਹ ਕਸ਼ੀਦ ਕੀਤਾ ਹੋਇਆ ਅਨੁਭਵ ਹੁੰਦੀ ਹੈ, ਡਿਸਟਿਲਡ ਐਕਸਪੀਰੀਅੰਸ ਹੁੰਦੀ ਹੈ ਕਵਿਤਾ ਜਿਹੜੀ ਹੁੰਦੀ ਹੈ। ਤਾਂ ਇਸ ਤਰ੍ਹਾਂ ਜਿਹੜੀ ਕਵਿਤਾ ਦਾ ਇੱਕ ਵਿਸ਼ਾ ਜਾਂ ਫੈਲਾਓ ਹੈ, ਉਹਦੀ ਕੋਈ ਸੀਮਾ ਨਹੀਂ ਹੈ। ਜਿਵੇਂ ਆਪਾਂ ਗੱਲ ਸ਼ੁਰੂ 'ਚ ਕੀਤੀ ਸੀ ਕਿ ਜਿਹੜੀ ਕਵਿਤਾ ਹੈ ਉਹ ਕਿੱਥੇ ਨਹੀਂ ਹੈ ਜਾਂ ਕਵਿਤਾ ਕੀ ਨਹੀਂ ਹੈ, ਉਹਦਾ ਕਾਰਨ ਇਹ ਸੀ ਕਿ ਮਨੁੱਖੀ ਅਨੁਭਵ ਦੇ ਅੰਦਰ ਜਿੰਨੇ ਵੀ ਪਹਿਲੂ ਆ ਸਕਦੇ ਆ, ਉਹਨਾਂ ਦਾ ਬਹੁਤ ਕਸ਼ੀਦ ਕੀਤਾ ਹੋਇਆ, ਰਿਫਾਈਨ ਕੀਤਾ ਹੋਇਆ ਜਿਹੜਾ ਭਾਸ਼ਿਕ ਇੱਕ ਬਣਦਾ ਹੈ ਹੁੰਗਾਰਾ, ਉਹਨੂੰ ਅਸੀਂ ਕਵਿਤਾ ਕਹਿ ਸਕਦੇ ਹਾਂ। ਤੋ ਇਸ ਤਰੀਕੇ ਨਾਲ ਜਿਹੜੀਆਂ ਇਹ ਕੁਛ ਆਮ ਜਿਹੜੀਆਂ ਚੱਲਣ ਵਾਲੀਆਂ ਭਾਸ਼ਾਵਾਂ ਸੀ, ਸਾਡੀਆਂ ਪਰਿਭਾਸ਼ਾਵਾਂ ਸੀ ਕਵਿਤਾ ਦੇ ਪ੍ਰਸੰਗ 'ਚ, ਉਹ ਇਸ ਤਰ੍ਹਾਂ ਦੀਆਂ ਸੀ। ਸਾਡੇ ਆਪਣੇ ਕੁਛ ਕਵੀਆਂ ਨੇ ਇਹਦੇ ਬਾਰੇ ਲਿਖਿਆ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੂੰ ਉਹਨਾਂ ਨੇ ਖੁੱਲ੍ਹੇ ਲੇਖ ਦੇ ਅੰਦਰ ਕਵਿਤਾ ਬਾਰੇ ਅਤੇ ਕਵੀ ਦਾ ਦਿਲ, ਦੋ ਲੇਖ ਨੇ ਉਹਨਾਂ ਦੇ, ਬਹੁਤ ਪੁਰਾਣੀ ਕਿਤਾਬ ਹੈ, 1929 ਦੇ ਆਸ-ਪਾਸ ਛਪੀ, ਲਗਭਗ 100 ਸਾਲ ਹੋਣ ਵਾਲੇ। ਉਹਦੇ ਵਿੱਚ ਉਹਨਾਂ ਨੇ ਬਹੁਤ ਜਿਹੜੀਆਂ ਬੁਨਿਆਦੀ ਟਿੱਪਣੀਆਂ ਦਰਜ ਕੀਤੀਆਂ, ਪਰ ਜਿਹੜੀ ਕੋਈ ਵੀ ਕਿਸੇ ਸਮੇਂ ਉੱਤੇ ਕੀਤੀ ਪਰਿਭਾਸ਼ਾ ਹੁੰਦੀ ਹੈ, ਕਿਸੇ ਵੀ ਸਿਧਾਂਤਕੀ ਪੈਦਾ ਕੀਤੀ ਜਾਂਦੀ ਹੈ, ਉਹ ਸਮੇਂ ਦੇ ਵਹਾਅ ਵਿੱਚ ਜਦੋਂ ਬਹੁਤ ਸਾਰੀਆਂ ਤਬਦੀਲੀਆਂ ਦੇ ਸਨਮੁਖ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੀ ਭੰਨ-ਤੋੜ ਹੋਣ ਦੀ ਗੁੰਜਾਇਸ਼ ਰਹਿੰਦੀ ਹੈ। ਇਹ ਮੈਂ ਗੱਲ ਤਾਂ ਕਰ ਰਿਹਾ ਕਿ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਜਿਹੜਾ ਕਾਵਿ ਅਨੁਭਵ ਸੀ, ਉਹ ਸਾਰੇ ਦਾ ਸਾਰਾ ਮੱਧਕਾਲ ਦੀ ਵਿਚਾਰਧਾਰਾ ਜਾਂ ਮੱਧਕਾਲ ਦੀ ਕਵਿਤਾ ਦੇ ਅਨੁਭਵ ਜਾਂ ਉਹਦੀ ਵਿਰਾਸਤ ਉੱਤੇ ਖੜ੍ਹਾ ਹੋਇਆ ਸੀ। ਅਤੇ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਦੇ ਵਿੱਚ ਉਸ ਕਿਸਮ ਦੀ ਗੱਲ ਦੀ ਪੁੱਠ ਬਹੁਤ ਜ਼ਿਆਦਾ। ਪੂਰਨ ਸਿੰਘ ਨੇ ਕਿਹਾ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹੁੰਦੀ ਹੈ। ਪ੍ਰੇਮ ਦਾ ਜਿਹੜਾ ਉਹਨਾਂ ਦਾ ਇੱਕ ਇੱਥੇ ਸੰਕਲਪ ਹੈ, ਉਹ ਰੱਬੀ ਪ੍ਰੇਮ ਦੇ ਨਾਲ ਜਾਂ ਅਧਿਆਤਮ ਦੇ ਰੰਗ ਨਾਲ ਜ਼ਿਆਦਾ ਜੁੜਿਆ ਹੋਇਆ। ਅਤੇ ਕਵਿਤਾ ਕਰਦੀ ਕੀ ਹੈ ਪੂਰਨ ਸਿੰਘ ਅਨੁਸਾਰ? ਕਵਿਤਾ ਨੈਣਾਂ ਵਿੱਚ ਸੁਪਨੇ ਲਟਕਾ ਦਿੰਦੀ ਹੈ, ਨਵਾਂ ਆਕਾਸ਼, ਨਵੀਂ ਧਰਤ, ਨਵੀਂ ਦੁਨੀਆ, ਸੋਹਣੀ ਦੁਨੀਆ ਰਚ ਦਿਖਾਉਂਦੀ ਹੈ। ਕਵਿਤਾ ਦੇ ਪਿੱਛੇ ਅਨੰਤ ਚੁੱਪ ਜੀਵਨ ਦਾ ਸਮੁੰਦਰ ਹੈ। ਕਵਿਤਾ ਸ਼ੁੱਧ ਅੰਦਰ ਦਾ ਕੋਈ ਜੀਵਨ ਰੰਗ ਹੈ। ਕਵਿਤਾ ਸਿਰਫ ਅੰਦਰ ਦੀ ਅਵਸਥਾ ਦਾ ਨਾਂ ਹੈ। ਤਾਂ ਇਸ ਗੱਲ ਤੋਂ ਸਾਨੂੰ ਪਤਾ ਲੱਗਦਾ ਕਿ ਕਵਿਤਾ ਬੇਸ਼ੱਕ ਬਾਹਰ ਤੋਂ ਕਵੀ ਦੇ ਅੰਦਰ ਦਾਖਲ ਹੁੰਦੀ ਹੋਵੇ, ਪਰ
ਕਵਿਤਾ ਦਾ ਜਿਹੜਾ ਐਕਸਪ੍ਰੈਸ਼ਨ ਹੈ, ਕਵਿਤਾ ਦੀ ਜਿਹੜੀ ਬਣਤ ਹੈ, ਉਹ ਕਵੀ ਦੇ ਅੰਦਰੋਂ ਬਣ ਕੇ ਸਭ ਤੋਂ ਪ੍ਰਭਾਵੀ ਰੂਪ ਵਿੱਚ ਸਾਹਮਣੇ ਆਉਂਦੀ ਹੈ। ਹਿੰਦੀ ਦੇ ਕਵੀ ਨੇ ਰਾਮਚੰਦਰ ਸ਼ੁਕਲ, ਉਹਨਾਂ ਨੇ ਕਿਹਾ ਕਿ ਕਵਿਤਾ ਸ੍ਰਿਸ਼ਟੀ ਨਾਲ ਮਨੁੱਖ ਦੇ ਰਾਗਾਤਮਕ ਸੰਬੰਧਾਂ ਨੂੰ ਨਿਭਾਉਣ ਅਤੇ ਸਾਂਭਣ ਦਾ ਇੱਕ ਯਤਨ ਹੈ। ਕਿ ਜਿਹੜੇ ਪ੍ਰਕਿਰਤੀ ਤੋਂ ਭਾਵ ਇੱਥੇ ਜਿਹੜਾ ਪੂਰੇ ਦਾ ਪੂਰਾ ਸੰਸਾਰ ਹੈ, ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਸੰਸਕ੍ਰਿਤਿਕ ਵੀ ਨੇ, ਕੁਛ ਬੰਦੇ ਦੀਆਂ ਬਣਾਈਆਂ ਹੋਈਆਂ ਵੀ ਨੇ, ਪਰ ਉਹ ਸਾਰੇ ਦਾ ਸਾਰਾ ਜਿਹੜਾ ਇੱਕ ਉਹਨੂੰ ਬਹੁਤ ਕਹਿ ਲਓ ਖੂਬਸੂਰਤ ਸੰਬੰਧਾਂ ਵਿੱਚ ਜਾਣਨਾ, ਸਮਝਣਾ ਅਤੇ ਲਿਖਣਾ, ਇਹ ਰਾਮਚੰਦਰ ਸ਼ੁਕਲ ਹੋਰਾਂ ਦੇ ਲਿਹਾਜ਼ ਨਾਲ ਜਿਹੜੀ ਕਵਿਤਾ ਦੀ ਇੱਕ ਤਰੀਕੇ ਨਾਲ ਪਰਿਭਾਸ਼ਾ ਬਣਦੀ ਆ। ਪਿਛਲੇ ਦਿਨਾਂ 'ਚ ਮੈਂ ਕੁਛ ਇੱਕ YouTube ਉੱਤੇ ਲੈਕਚਰ ਸੁਣੇ। ਅਮਰੀਕਨ ਕਵੀ ਨੇ ਡਿਆਨਾ ਜੋਏ, ਸਪੈਲਿੰਗ ਥੋੜ੍ਹੇ ਹੋਰ ਹੈ, ਬੋਲਣ ਵਿੱਚ ਇਸ ਤਰ੍ਹਾਂ ਹੀ ਆ। ਉਹਨਾਂ ਨੇ ਕਵਿਤਾ ਨੂੰ ਇੱਕ ਤਰ੍ਹਾਂ ਇਤਿਹਾਸਕ ਨੁਕਤਾ ਨਿਗਾਹ ਤੋਂ ਦੇਖਣ ਦੀ ਕੋਸ਼ਿਸ਼ ਕੀਤੀ। ਕੁਛ ਆਪਣੀਆਂ ਉਹਨਾਂ ਨੇ ਗੱਲਾਂ ਉਹਦੇ ਵਿੱਚ ਫਾਈਂਡਿੰਗਸ ਦਿੱਤੀਆਂ। ਤਾਂ ਉਹਨਾਂ ਨੇ ਜਿਹੜੀਆਂ ਸਥਾਪਨਾਵਾਂ ਦਿੱਤੀਆਂ, ਇੱਕ ਤਾਂ ਕਵਿਤਾ ਜਿਹੜਾ ਇੱਕ ਕਲਾ ਦਾ ਰੂਪ ਹੈ, ਇਹਨੂੰ ਹਿਸਟਰੀ ਆਫ ਆਰਟ ਦੇ ਨਜ਼ਰੀਏ ਤੋਂ ਦੇਖਿਆ ਜਾਣਾ, ਸਮਝਣਾ ਚਾਹੀਦਾ ਹੈ ਕਿ ਕਵਿਤਾ ਕੀ ਹੈ। ਜੇ ਤੁਸੀਂ ਕਲਾ ਦੇ ਇਤਿਹਾਸ ਨੂੰ ਸਮਝੋਗੇ ਤਾਂ ਉਹਨਾਂ ਕਿਹਾ ਕਿ ਜਿਹੜੀ ਕਵਿਤਾ ਹੈ, ਇਹ ਕਲਾ ਦਾ ਇੱਕ ਰੂਪ ਹੈ। ਅਤੇ ਕਲਾ ਦਾ ਰੂਪ ਕਿਹੜਾ, ਜਿਹੜਾ ਸਭ ਤੋਂ ਪੁਰਾਣਾ ਹੈ, ਸਭ ਤੋਂ ਐਂਸ਼ੀਅੰਟ ਫਾਰਮ ਹੈ ਇਹ ਕਲਾ ਦੇ ਰੂਪ ਦੀ, ਸਭ ਤੋਂ ਪੁਰਾਣੀ ਕਵਿਤਾ ਦੀ ਰੂਪ ਹੈ। ਤਾਂ ਉਹਨਾਂ ਨੇ ਜਿਹੜੀ ਸੋਹਣੀ ਗੱਲ ਕਹੀ ਕਿ ਹੋਮੋ ਸੈਪੀਅਨਸ ਤੋਂ ਹਿਊਮਨ ਬਣਨ ਵਿੱਚ ਕਵਿਤਾ ਨੇ ਹੀ ਸਾਡਾ ਰਾਹ ਪੱਧਰਾ ਕੀਤਾ। ਅਸੀਂ ਜਿਸ ਕਿਸਮ ਦੇ ਬੰਦੇ ਹੁਣ ਬਣ ਗਏ, ਜਾਂ ਸਾਡੀ ਆਕਾਂਖਿਆ ਹੈ ਕਿ ਇਸ ਤਰ੍ਹਾਂ ਦੇ ਬੰਦੇ ਹੋਣ, ਪਿਛਲੇ ਬੰਦੇ ਤੋਂ ਲੈ ਕੇ ਆਦਿ ਮਾਨਵ ਤੋਂ ਲੈ ਕੇ, ਇਹ ਕਵਿਤਾ ਨੇ ਹੀ ਅਸਲ ਵਿੱਚ ਸਾਡਾ ਇਹ ਰਾਹ ਪੱਧਰਾ ਕੀਤਾ। ਸਾਨੂੰ ਇਸ ਤਰ੍ਹਾਂ ਦੇ ਬਣਾਉਣ ਵਿੱਚ ਕਵਿਤਾ ਦਾ ਇਹ ਇੱਕ ਬਹੁਤ ਵੱਡਾ ਯੋਗਦਾਨ ਰਿਹਾ। ਕਵਿਤਾ ਨੂੰ ਉਹਨਾਂ ਨੇ ਕਿਹਾ ਕਿ ਕਵਿਤਾ ਸਿਮਰਤੀਆਂ ਨਾਲ ਬਣਦੀ ਹੈ, ਕਵਿਤਾ ਜਜ਼ਬਿਆਂ ਨਾਲ ਤਾਂ ਬਣਦੀ ਹੈ, ਸਾਨੂੰ ਪਤਾ। ਔਰ ਜਿਹੜੀਆਂ ਭੌਤਿਕ ਕਿਸਮ ਦੀਆਂ, ਜਿਹਨੂੰ ਉਹ ਕਹਿੰਦੇ ਫਿਜ਼ੀਕਲ ਸੈਂਸਿਸ, ਇਹਨਾਂ ਦਾ ਅਨੁਭਵ ਵੀ ਕਵਿਤਾ ਦੇ ਰਾਹੀਂ ਸਾਨੂੰ ਹੋਰ ਜ਼ਿਆਦਾ ਵਿਸਤ੍ਰਿਤ ਰੂਪ ਵਿੱਚ ਮਿਲਦਾ। ਜਿੰਨੀ ਕੁ ਅਸੀਂ ਚੀਜ਼ਾਂ ਨੂੰ ਸਮਝਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਜਦੋਂ ਭਾਸ਼ਾਈ ਰੂਪ ਵਿੱਚ ਇਹਨਾਂ ਦਾ ਵਰਣਨ ਆਉਂਦਾ ਅਤੇ ਅਸੀਂ ਉਹਨੂੰ ਸਮਝਦੇ ਹਾਂ ਇਸ ਰੂਪ ਦੇ ਅੰਦਰ। ਇੱਕ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਜਿਹੜੀ ਕਵਿਤਾ ਇਹ ਵਿਸ਼ਵ ਵਿਆਪੀ ਆਰਟ ਹੈ, ਇਹ ਯੂਨੀਵਰਸਲ ਆਰਟ ਹੈ ਇੱਕ ਤਰ੍ਹਾਂ ਦਾ। ਇਹ ਸਾਰੇ ਮੁਲਕਾਂ, ਸਾਰੇ ਸਮਾਜਾਂ, ਸਾਰੇ ਕਲਚਰਸ ਦੇ ਅੰਦਰ ਕਵਿਤਾ ਪਈ ਹੋਈ ਹੈ। ਇਹਨੂੰ ਤੁਸੀਂ ਕਿਸੇ ਇੱਕ ਲੋਕੈਲ ਦੇ ਅੰਦਰ ਜਾਂ ਕਿਸੇ ਇੱਕ ਸਥਾਨਕਤਾ ਦੇ ਵਿੱਚ ਬੰਨ੍ਹ ਕੇ ਨਹੀਂ ਦੇ ਸਕਦੇ। ਇਸ ਕਰਕੇ ਕੁਦਰਤ ਵਾਂਗੂ ਹੀ ਕਵਿਤਾ ਵੀ ਇੱਕ ਤਰੀਕੇ ਨਾਲ ਵਿਸ਼ਵ ਵਿਆਪੀ, ਜਾਂ ਮਤਲਬ ਬ੍ਰਹਿਮੰਡਿਕ ਕਹੀਏ ਤਾਂ ਥੋੜ੍ਹਾ ਜਿਹਾ ਸ਼ਬਦ ਵੱਡਾ ਹੋ ਜਾਏਗਾ, ਤਾਂ ਵਿਸ਼ਵ ਵਿਆਪੀ ਇੱਕ ਤਰ੍ਹਾਂ ਦਾ ਇਹ ਅਨੁਭਵ, ਵਰਤਾਰਾ ਔਰ ਐਕਸਪ੍ਰੈਸ਼ਨ ਹੈ, ਜਿਹਨੂੰ ਉਹਨਾਂ ਨੇ ਕਲਾ ਕਿਹਾ। ਔਰ ਇੱਕ ਜਿਹੜੀ ਨਵੀਂ ਗੱਲ ਉਹਨਾਂ ਨੇ ਇਹਦੇ ਅੰਦਰ ਦਰਜ ਕੀਤੀ ਕਿ ਅੰਗਰੇਜ਼ੀ 'ਚ ਉਹਨਾਂ ਨੇ ਲਿਖਿਆ ਕਿ ਇਹ ਨਾਇਮਰਿਕ ਆਰਟ ਹੈ। ਨਾਇਮਰਿਕ ਆਰਟ ਜਿਹੜਾ ਮਤਲਬ ਵਸਤੂਆਂ ਦੀ ਇੱਕ ਸਿਮਰਤੀ ਤੁਹਾਡੇ ਅੰਦਰ ਪੈਦਾ ਕਰਦਾ ਅਤੇ ਤੁਸੀਂ ਉਹਨੂੰ ਯਾਦ ਕਰ ਲੈਂਦੇ ਹੋ। ਔਰ ਇਹ ਕਵਿਤਾ ਦੀ ਇੱਕ ਜੁਗਤ ਦੀ ਜ਼ਰੂਰਤ ਵੀ ਸੀ ਸ਼ੁਰੂ ਦੇ ਅੰਦਰ, ਜਦੋਂ, ਕਿਉਂਕਿ ਕਵਿਤਾ ਜਿਹੜੀ ਹੈ ਉਹ ਪ੍ਰੀ ਹਿਸਟਰੀ ਪੀਰੀਅਡ ਤੋਂ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਇਤਿਹਾਸ ਵੀ ਅਜੇ ਦਰਜ ਨਹੀਂ ਕਰਨਾ ਸ਼ੁਰੂ ਕੀਤਾ ਸੀ, ਜਦੋਂ ਸਾਡੇ ਕੋਲ ਸਕ੍ਰਿਪਟ ਵੀ ਨਹੀਂ ਆਈ ਸੀ, ਲਿਖਣ ਦੀ ਸਾਡੇ ਕੋਲ ਕਲਾ ਨਹੀਂ ਸੀ, ਤਾਂ ਅਸੀਂ ਫਿਰ ਕਵਿਤਾ ਨੂੰ ਯਾਦ ਕਿਵੇਂ ਕਰਨਾ ਸੀ। ਉਹਦੇ ਵਿੱਚ ਫਿਰ ਕਵਿਤਾ ਜਿਹੜੇ ਤੋਲ ਤੁਕਾਂਤ ਜਾਂ ਛੰਦ ਜਾਂ ਲਫ਼ਜ਼ਾਂ ਦੇ ਦੁਹਰਾਓ ਨੂੰ ਤੁਹਾਡੀ ਸਿਮਰਤੀ ਦੇ ਅੰਦਰ ਟਿਕਾ ਦੇਣ ਦੀ ਇੱਕ ਜਿਹੜੀ ਕਲਾ ਕਵਿਤਾ ਨੇ ਜੁਗਤ ਵਜੋਂ ਹਾਸਲ ਕੀਤੀ, ਇਹ ਵੀ ਫਿਰ ਕਵਿਤਾ ਦਾ ਇੱਕ ਤਰ੍ਹਾਂ ਹਾਸਲ ਬਣ ਗਈ ਅੱਗੇ ਜਾ ਕੇ। ਇਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਪਰਫੋਰਮੇਟਿਵ ਆਰਟ ਵੀ ਕਿਹਾ ਕਿ ਜਿਹੜੀ ਕਵਿਤਾ, ਕਿਉਂਕਿ ਅਤੇ ਨਾਲ ਉਹਨਾਂ ਨੇ ਇੱਕ ਜਿਹੜੀ ਹੋਰ ਵਧੀਆ ਗੱਲ ਕਹੀ ਕਿ ਬੇਸਿਕਲੀ ਜਿਹੜੀ ਕਵਿਤਾ ਇਹ ਇੱਕ ਓਰਲ ਟ੍ਰੈਡੀਸ਼ਨ ਹੈ, ਓਰਲ ਆਰਟ ਹੈ, ਇਹ ਮੌਖਿਕ ਹੈ ਬੇਸਿਕਲੀ। ਬਾਅਦ ਵਿੱਚ ਅਸੀਂ ਇਹਨੂੰ ਲਿਪੀ ਵਿੱਚ ਲੈ ਜਾਂਦੇ ਹਾਂ, ਫਿਰ ਇਹਨੂੰ ਬੇਸ਼ੱਕ ਤੁਸੀਂ ਨਾਟਕ ਵਿੱਚ ਵੀ ਲੈ ਜਾਓ। ਕੱਲ੍ਹ ਅਸੀਂ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਦਾ ਇੱਕ ਨਾਟਕੀ ਰੂਪ ਦੇਖਿਆ, ਤਾਂ ਉਹਦੇ ਬਹੁਤ ਸਾਰੇ ਅੱਗੋਂ ਟਰੀਟਮੈਂਟਸ ਹੋ ਸਕਦੇ ਆ, ਪਰ ਬੁਨਿਆਦੀ ਤੌਰ 'ਤੇ ਜਿਹੜੀ ਕਵਿਤਾ ਉਹ ਇਹ। ਅਤੇ ਇੱਕ ਆਖਰ ਵਿੱਚ ਉਹਨਾਂ ਨੇ ਬਹੁਤ ਹੋਰ ਜਿਹੜੀ ਗੱਲ ਦੱਸੀ ਉਹ ਇਹ ਕਿ
ਜਿਹੜੀ ਕਵਿਤਾ ਬੇਸਿਕਲੀ ਇੱਕ ਮੈਜੀਕਲ ਆਰਟ ਵੀ ਹੈ। ਕਵਿਤਾ ਇੱਕ ਜਾਦੂਮਈ ਕਲਾ ਹੈ। ਇਹ ਤੁਹਾਡੇ ਉੱਤੇ ਇੱਕ ਅਸਰ ਤਾਰੀ ਕਰਦੀ ਹੈ। ਜਿਹੜੀਆਂ ਚੀਜ਼ਾਂ ਦਾ ਅਸਰ ਤੁਸੀਂ ਆਮ ਸ਼ਬਦਾਂ ਰਾਹੀਂ ਨਹੀਂ ਲੈ ਸਕਦੇ, ਜਦੋਂ ਕਵਿਤਾ ਦੇ ਅੰਦਰ ਉਸ ਕਿਸਮ ਦੇ ਸ਼ਬਦ ਬਣ ਕੇ ਆਉਂਦੇ ਆ ਤਾਂ ਫਿਰ ਇਹ ਇੱਕ ਤਰ੍ਹਾਂ ਦਾ ਜਾਦੂਮਈ, ਜਿਹਨੂੰ ਅਸੀਂ ਕਵਿਤਾ ਦਾ ਇੱਕ ਕ੍ਰਿਸ਼ਮਾ ਕਹਿੰਦੇ ਹਾਂ, ਕਵਿਤਾ ਦੇ ਅੰਦਰ ਇੱਕ ਜਿੱਥੇ ਕੋਈ ਜਾ ਕੇ ਕਵਿਤਾ ਪੈਦਾ ਹੁੰਦੀ ਹੈ। ਕਿਉਂਕਿ ਪੂਰੀ ਦੀ ਪੂਰੀ ਜਿਹੜੀ ਕਵਿਤਾ, ਜਿੰਨੀ ਵੀ ਲੰਬੀ ਟੈਕਸਟ ਹੋਵੇ, ਉਹਦੇ ਵਿੱਚ ਹਰ ਸਤਰ ਜਾਂ ਹਰ ਸ਼ਬਦ ਦੇ ਵਿੱਚ ਨਹੀਂ ਕਵਿਤਾ ਹੁੰਦੀ। ਕਵਿਤਾ ਉਹਦੇ ਵਿੱਚ ਸਮੇਂ-ਸਮੇਂ ਹਾਜ਼ਰ ਹੋ ਕੇ ਗੈਰ ਹਾਜ਼ਰ ਹੁੰਦੀ ਜਾਂਦੀ ਹੈ ਅਤੇ ਇੱਕ ਲੜੀ ਪੂਰੀ ਦੀ ਪੂਰੀ ਬਣ ਕੇ ਫਿਰ ਉਹ ਜਿਹੜੀ ਕਵਿਤਾ ਦਾ ਇੱਕ ਵੱਡਾ ਰੂਪ ਤੁਹਾਡੇ ਸਨਮੁਖ ਆ ਜਾਂਦਾ। ਡਾਇਨਾ ਜੋਏ ਨੇ ਜਿਹੜੀ ਆਪਣੀ ਇਹਦੇ ਬਾਰੇ ਇੱਕ ਧਾਰਨਾ ਦਿੱਤੀ, ਉਹ ਇਹ ਹੈ ਕਿ ਜਿਹੜੀ ਕਵਿਤਾ ਹੈ ਇਹ ਸਪੈਸ਼ਲ ਵੇ ਆਫ ਸਪੀਕਿੰਗ ਐਂਡ ਸਪੈਸ਼ਲ ਵੇ ਆਫ ਲਿਸਨਿੰਗ, ਜਾਂ ਸਪੈਸ਼ਲ ਵੇ ਆਫ ਰੀਡਿੰਗ ਐਂਡ ਸਪੈਸ਼ਲ ਵੇ ਆਫ ਰਾਈਟਿੰਗ। ਤਾਂ ਭਾਸ਼ਾ ਨੂੰ ਇੱਕ ਖਾਸ ਤਰੀਕੇ ਨਾਲ ਲਿਖਣ ਅਤੇ ਖਾਸ ਤਰੀਕੇ ਨਾਲ ਪੜ੍ਹਨ, ਅਤੇ ਭਾਸ਼ਾ ਨੂੰ ਇੱਕ ਖਾਸ ਤਰੀਕੇ ਨਾਲ ਸਿਰਜਣ ਅਤੇ ਸੁਣਨ ਨੂੰ ਕਵਿਤਾ ਕਿਹਾ ਜਾਂਦਾ। ਤਾਂ ਉਹਨਾਂ ਨੇ ਇਹਨੂੰ ਸਾਰੀ ਇੱਕ ਤਰ੍ਹਾਂ ਦੀ ਜਿਹੜੀ ਮਨੁੱਖੀ ਪਰਵਰਿਸ਼ ਹੈ ਉਹਦੇ ਨਾਲ ਜੋੜ ਕੇ ਦੇਖਿਆ ਕਵਿਤਾ ਨੂੰ। ਤਾਂ ਉਹਨਾਂ ਨੇ ਕਿਹਾ ਕਿ ਪੋਇਟਰੀ ਇਜ਼ ਦ ਮੋਸਟ ਕੰਸਾਈਜ਼, ਐਕਸਪ੍ਰੈਸਿਵ, ਮੂਵਿੰਗ ਐਂਡ ਮੈਮੋਰੇਬਲ ਵੇ ਆਫ ਆਰਟੀਕੂਲੇਟਿੰਗ ਵਟ ਇਟ ਮੀਨਸ ਟੂ ਬੀ ਹਿਊਮਨ। ਕਿ ਬੰਦਿਆਈ ਹੋਣ ਦੇ ਜਿਹੜੇ ਅਰਥ ਬਣਦੇ ਆ, ਉਹਨੂੰ ਦੱਸਣ ਲਈ ਕਵਿਤਾ ਸਭ ਤੋਂ ਸੰਖੇਪ, ਸਭ ਤੋਂ ਨਾਲ ਤੋਰਨ ਵਾਲਾ ਅਤੇ ਸਭ ਤੋਂ ਭਾਵਪੂਰਤ ਇੱਕ ਤਰ੍ਹਾਂ ਦੀ ਕਲਾ ਦਾ ਰੂਪ ਹੈ। ਇਹ ਡਾਇਨਾ ਜੋਏ ਨੇ ਆਪਣੀ ਗੱਲ ਦੇ ਅੰਦਰ ਦੱਸਿਆ। ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਕਵਿਤਾ ਹੈ ਇਹ ਤੁਹਾਨੂੰ ਅੰਦਰੋਂ ਖੁੱਲ੍ਹਾ ਕਰਦੀ ਹੈ। ਇਟਸ ਓਪਨਸ ਅਪ, ਮਤਲਬ ਜਿਹੜੀ ਸੋਸਾਇਟੀ ਹੈ ਜਾਂ ਸਮਾਜ ਹੈ ਉਹਨੂੰ ਇਹ ਅੰਦਰੋਂ ਐਨਲਾਰਜ ਕਰਦੀ ਹੈ, ਵੱਡਾ ਕਰਦੀ ਹੈ, ਉਹਨੂੰ ਖੋਲ੍ਹਦੀ ਹੈ ਅਤੇ ਨਾਲ ਰਿਫਾਈਨ ਕਰਦੀ ਹੈ। ਤਿੰਨ ਲਫ਼ਜ਼ ਉਹਨਾਂ ਨੇ ਵਰਤੇ ਕਿ ਇਟ ਓਪਨਸ ਅਪ, ਰਿਫਾਈਨਸ ਐਂਡ ਐਨਲਾਰਜਸ। ਤਾਂ ਇਸ ਤਰ੍ਹਾਂ ਜਿਹੜੀ ਕਵਿਤਾ, ਜਿਹੜੀ ਕਿ ਬੰਦੇ ਦੁਆਰਾ ਹੀ ਬਣਾਈ ਗਈ ਚੀਜ਼ ਹੈ, ਕਵਿਤਾ ਦਾ ਕਲਾ ਦਾ ਰੂਪ ਹੈ, ਉਹ ਮੋੜਵੇਂ ਰੂਪ 'ਚ ਬੰਦੇ ਨੂੰ ਹੋਰ ਵੱਡਾ, ਹੋਰ ਸੋਹਣਾ, ਹੋਰ ਵਿਸ਼ਾਲ ਅਤੇ ਹੋਰ ਮਹਾਨ ਬਣਾਉਣ ਦਾ ਕਾਰਜ ਕਰਦੀ ਹੈ ਇੱਕ ਤਰੀਕੇ ਨਾਲ, ਜੇ ਕਵਿਤਾ ਨੂੰ ਆਪਾਂ ਇਹ ਸੁਣਨਾ ਜਾਣਨਾ ਹੋਵੇ ਤਾਂ। ਹੁਣ ਅਗਲਾ ਜਿਹੜਾ ਸਵਾਲ ਜਾਂ ਇਹਦੇ ਨਾਲ ਬਣਦਾ ਹੈ ਕਿ ਕਵਿਤਾ ਆਉਂਦੀ ਕਿੱਥੋਂ ਹੈ, ਜਾਂ ਕਵਿਤਾ ਬਣਦੀ ਕਿਸ ਚੀਜ਼ ਦੀ ਹੈ। ਇਹ ਤਾਂ ਸਾਨੂੰ ਪਤਾ ਕਿ ਭਾਸ਼ਾ ਦੀ ਬਣਦੀ ਹੈ, ਪਰ ਇਹਦੇ ਪਿੱਛੇ ਹੋਰ ਬਹੁਤ ਸਾਰੇ ਖੁੱਲ੍ਹੇ ਜਿਹੜੇ ਸਵਾਲ ਖੜ੍ਹੇ ਹੋ ਸਕਦੇ ਆ। ਹੋਰਸ ਨੇ ਕਿਹਾ ਸੀ ਕਿ ਜਿਹੜੀ ਕਵਿਤਾ ਇਹ ਮਤਲਬ ਕਿਤੋਂ ਆਕਾਸ਼ੀ ਰੂਪ 'ਚੋਂ ਨਹੀਂ ਉਤਰਦੀ, ਇਹ ਸਿੱਖੀ ਜਾਂਦੀ ਹੈ ਔਰ ਇਹਨੂੰ ਮਨੁੱਖ ਬਣਾਉਂਦਾ, ਅਤੇ ਇਹਦੇ ਆਪਣੇ ਕੁਛ ਨੇਮ ਨੇ, ਹੈ ਨਾ। ਉਹਨਾਂ ਨਿਯਮਾਂ ਦੇ ਆਧਾਰ ਉੱਤੇ ਕਵਿਤਾ ਪੈਦਾ ਹੁੰਦੀ ਹੈ। ਉਹਨਾਂ ਨਿਯਮਾਂ ਨੂੰ ਜਾਣ ਕੇ ਕਵਿਤਾ ਨੂੰ ਸਮਝਿਆ ਜਾ ਸਕਦਾ। ਜੇ ਸ਼ਾਇਰੀ ਦੇ ਰੈਫਰੈਂਸ ਨਾਲ ਗੱਲ ਕਰਨੀ ਹੋਵੇ ਤਾਂ ਗਾਲਿਬ ਹੋਰਾਂ ਨੇ ਕਿਹਾ ਕਿ ਜਿਹੜੇ ਖਿਆਲ ਨੇ ਜਾਂ ਵਿਸ਼ੇ ਨੇ ਕਵਿਤਾ ਦੇ ਅੰਦਰ, ਉਹ ਕਿਸੇ ਐਸੀ ਸਪੇਸ 'ਚੋਂ ਜਿਹਨੂੰ ਉਹਨਾਂ ਨੇ ਗਾਇਬ ਕਿਹਾ ਕਿ ਉਹਦੇ ਵਿੱਚੋਂ ਆਉਂਦੇ ਆ। ਅਸੀਂ ਬੇਸਿਕਲੀ ਜਦੋਂ ਅਸੀਂ ਇਹਨੂੰ ਹੋਰ ਤਰੀਕੇ ਨਾਲ ਪੜ੍ਹਦੇ ਹਾਂ ਤਾਂ ਉਹ ਫਿਰ ਇਹ ਵੀ ਸਾਨੂੰ ਦੇਖਣਾ ਪਏਗਾ ਕਿ ਜਿਹੜਾ ਸਾਡਾ ਗਾਇਬ ਹੈ, ਜਿਹੜਾ ਸਾਡਾ ਅਨਨੋਨ ਹੈ, ਇਹ ਵੀ ਕਿਸੇ ਨਾ ਕਿਸੇ ਚੀਜ਼ ਦਾ ਬਣਿਆ ਹੁੰਦਾ। ਇਹ ਕਿਹੜੇ ਅਨੁਭਵਾਂ ਦਾ, ਕਿਹੜੀਆਂ ਸਿਮਰਤੀਆਂ ਦਾ, ਕਿਹੜੀਆਂ ਆਕਾਂਖਿਆਵਾਂ ਦਾ, ਕਿਹੜੇ ਸੁਪਨਿਆਂ ਦਾ ਬਣਿਆ ਹੁੰਦਾ, ਜਿਹਦੇ ਵਿੱਚੋਂ ਇਸ ਤਰ੍ਹਾਂ ਦੇ ਚੀਜ਼ਾਂ ਪੈਦਾ ਹੁੰਦੀਆਂ। ਗਾਲਿਬ ਹੋਰਾਂ ਦਾ ਬਹੁਤ ਮਸ਼ਹੂਰ ਸ਼ੇਰ ਹੈ, ਤੁਸੀਂ ਸਾਰੇ ਜਾਣਦੇ ਹੋ। ਆਤੇ ਹੈ ਗੈਬ ਸੇ ਜੇ ਮਜ਼ਾਮੀ ਖਿਆਲ ਮੇਂ, ਗਾਲਿਬ ਸਰੀਰੇ ਖਾਮਾ ਨਵਾਏ ਸਰੋਸ਼ ਹੈ। ਕਿ ਜਿਹੜੀ ਕਲਮ ਰਗੜਨ ਦੀ ਆਵਾਜ਼ ਹੈ, ਲਿਖਣ ਦੀ ਆਵਾਜ਼ ਹੈ, ਇਹ ਕੋਈ ਰੱਬੀ ਆਵਾਜ਼ ਹੈ, ਨਵਾਏ ਸਰੋਸ਼ ਹੈ। ਅਤੇ ਇਹ ਗੈਬ 'ਚੋਂ ਆਉਂਦੇ ਜਿਹੜੇ ਮੈਨੂੰ ਖਿਆਲ ਆਉਂਦੇ। ਆਤੇ ਹੈ ਗੈਬ ਸੇ ਜੇ ਮਜ਼ਾਮੀ ਖਿਆਲ ਮੇਂ, ਗਾਲਿਬ ਸਰੀਰੇ ਖਾਮਾ ਨਵਾਏ ਸਰੋਸ਼ ਹੈ। ਤਾਂ ਇਸ ਤਰ੍ਹਾਂ ਇਹ ਵੀ ਨਾਲ ਇਹਦੇ ਇੱਕ ਬਹੁਤ ਪ੍ਰਸ਼ਨ ਉੱਠਦਾ ਰਿਹਾ ਕਿ ਜਿਹੜੀ ਕਵਿਤਾ ਹੈ ਉਹ ਕਵੀ ਆਪ ਲਿਖਦਾ ਜਾਂ ਕਵੀ ਇਹਦਾ ਇੱਕ ਮਾਧਿਅਮ ਹੁੰਦਾ। ਉਹਦੇ ਪਿੱਛੇ ਸਾਡੀ ਇੱਕ ਬਹੁਤ ਜਿਹੜੀ ਮਿਥਿਕ ਪਰੰਪਰਾ ਰਹੀ, ਜਾਂ ਇੱਕ ਕਵਿਤਾ ਨੂੰ ਆਦਰ ਦੇਣ ਦੀ ਸਾਡੀ ਕਹਿ ਲਓ ਰੁਚੀ ਰਹੀ ਕਿ ਕੁਰਾਨ ਸਾਡੇ ਕੋਲ ਇਸ ਤਰ੍ਹਾਂ ਆਈ ਕਿ ਨਾਜ਼ਿਲ ਹੋਈ, ਉਹਨੂੰ
हज़रत मुहम्मद ने लिखिया, गुरु नानक साहब लिखते जैसी मैं आवे खसम की बाणी तैसड़ा करी ज्ञान वे ला लो, कि सब चीज़ां ਜਿਹੜੀਆਂ ਉੱਪਰੋਂ ਕਿਤੋਂ ਗੈਬ ਚੋਂ ਆਕਾਸ਼ ਚੋਂ दैवी रूप ਚੋਂ ਆਉਂਦੀਆਂ ਉਹਨੂੰ ਫਿਰ ਕਵੀ ਆਪਣੇ ਲਫ਼ਜ਼ਾਂ ਵਿੱਚ ਆਪਣੀ ਭਾਸ਼ਾ ਵਿੱਚ ਆਪਣੇ ਮੁਹਾਵਰੇ ਵਿੱਚ ਆਪਣੀ ਸ਼ੈਲੀ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ। ਟੈਕਨੀਕਲ ਤੌਰ 'ਤੇ ਫੋਟੋਗ੍ਰਾਫੀ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਕਿ ਫੋਟੋ ਹਰ ਥਾਂ ਹੀ ਮੌਜੂਦ ਹੁੰਦੀ ਹੈ। ਜਿਹੜੀਆਂ ਅਸੀਂ ਤਸਵੀਰਾਂ ਦੇਖਦੇ ਹਾਂ ਬਹੁਤ ਸ਼ਾਨਦਾਰ ਬਣੀਆਂ ਹੋਈਆਂ ਉਹ ਉੱਥੇ ਪਈਆਂ ਹੁੰਦੀਆਂ ਫੋਟੋਆਂ, ਪਰ ਉਹ ਫੋਟੋ ਬਣਦੀ ਕਦੋਂ ਹੈ ਜਦੋਂ ਧੁੱਪ ਛਾਂ ਦਾ ਠੀਕ ਪ੍ਰਪੋਰਸ਼ਨ ਉੱਥੇ ਪਿਆ ਹੋਵੇ ਅਤੇ ਫੋਟੋ ਖਿੱਚਣ ਵਾਲਾ ਆਪਣਾ ਕੈਮਰਾ ਲੈ ਕੇ ਮੌਜੂਦ ਹੋਵੇ, ਫਿਰ ਉਹ ਤਸਵੀਰ ਬਣ ਸਕਦੀ ਹੈ। ਅਦਰਵਾਈਜ਼ ਇਹ ਕੋਈ ਆਬਜੈਕਟ ਪਿਆ ਹੋਇਆ ਜੇ ਹਨੇਰੇ 'ਚ ਪਿਆ ਹੋਇਆ ਤਾਂ ਇਹਦੀ ਤਸਵੀਰ ਨਹੀਂ ਬਣ ਸਕਦੀ, ਪਰ ਇਹ ਉੱਥੇ ਮੌਜੂਦ ਹੈਗਾ। ਇਹ ਕਦੋਂ ਨਜ਼ਰ ਆਉਣਾ ਸ਼ੁਰੂ ਹੋਊਗਾ ਜਦੋਂ ਅਸੀਂ ਇਹਦੇ 'ਤੇ ਲਾਈਟ ਪਾਵਾਂਗੇ, ਪਰ ਫਿਰ ਵੀ ਇਹ ਤਸਵੀਰ ਨਹੀਂ ਬਣ ਸਕਦੀ। ਤਸਵੀਰ ਜਿਹੜਾ ਆਬਜੈਕਟ ਉਹ ਵਿਜ਼ੀਬਲ ਹੋ ਜਾਊਗਾ। ਤਸਵੀਰ ਕਦੋਂ ਬਣੂਗੀ ਜਦੋਂ ਕੈਮਰਾਮੈਨ ਆਪਣੇ ਕੈਮਰੇ ਨਾਲ ਉੱਥੇ ਮੌਜੂਦ ਹੋਵੇ। ਜੇ ਕੈਮਰਾਮੈਨ ਦੇਖਣ ਹੀ ਆਇਆ ਕਿ ਇੱਥੋਂ ਫੋਟੋ ਖਿੱਚੀ ਜਾ ਸਕਦੀ, ਉਹ ਫਿਰ ਉਸ ਦਿਨ ਨਹੀਂ ਫੋਟੋ ਉਸ ਦਿਨ ਬਣੇਗੀ ਜਿਸ ਨੂੰ ਕੈਮਰਾ ਲੈ ਕੇ ਆਪਣਾ ਉਹਨੂੰ ਪਕੜ ਵਿੱਚ ਲੈ ਲੇਗਾ। ਤਾਂ ਇਸ ਤਰ੍ਹਾਂ ਜਿਹੜੀ ਕਵਿਤਾ ਹੈ ਉਹ ਖਿਆਲ ਦੀ ਮੌਜੂਦਗੀ ਦੇ ਅੰਦਰ, ਭਾਸ਼ਾ ਦੀ ਮੌਜੂਦਗੀ ਦੇ ਅੰਦਰ ਕਵੀ ਦੀ ਬਹੁਤ ਮਹੱਤਵਪੂਰਨ ਮੌਜੂਦਗੀ ਹੈ। ਬੇਸ਼ੱਕ ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਇਹ ਸ਼ਾਇਦ ਕੋਈ दैवी ਪ੍ਰਕਾਸ਼ ਹੈ, ਜਿਵੇਂ ਸਾਡੇ ਮੁੱਢਲੇ ਕਵੀ ਕਹਿੰਦੇ ਰਹੇ, ਜਾਂ ਹੁਣ ਤੱਕ ਵੀ ਇਹ ਡਿਬੇਟ ਹੈ ਕਿ ਕਵੀ ਹੈ ਜਿਹੜਾ ਉਹ ਇੱਕ ਸਾਧਨ ਹੈ, ਇਹ ਤੋਂ ਉੱਪਰੋਂ ਇੱਕ ਚੀਜ਼ ਆਉਂਦੀ ਹੈ ਜਿਹਨੂੰ ਕਵੀ ਲਿਖ ਦਿੰਦਾ, ਉਹਦਾ ਮਾਧਿਅਮ ਹੈ ਕਵੀ। ਪਰ ਇੱਥੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਇਹ ਕਵੀ ਹੋਣਾ ਇੱਕ ਬਹੁਤ ਮਹੱਤਵਪੂਰਨ ਮਾਧਿਅਮ ਹੈ ਔਰ ਇਹਦਾ ਇੱਕ ਬਹੁਤ ਵੱਡਾ ਜੁਜ਼ ਹੈ ਸਾਰੀ ਕਵਿਤਾ ਬਣਨ ਦੀ ਪ੍ਰਕਿਰਿਆ ਦਾ। ਜੇ ਕਵੀ ਨੂੰ ਉਹਦੇ 'ਚੋਂ ਗੈਰ ਹਾਜ਼ਰ ਕਰ ਦਈਏ ਤਾਂ ਇਹ ਉਸ ਤਰ੍ਹਾਂ ਦੀ ਗੱਲ ਹੀ ਹੈ ਜਿਵੇਂ ਫੋਟੋ ਵਾਲੇ ਪ੍ਰਸੰਗ ਵਿੱਚ ਅਸੀਂ ਫੋਟੋਗ੍ਰਾਫਰ ਦੇ ਕੈਮਰੇ ਨੂੰ ਗੈਰ ਹਾਜ਼ਰ ਕਰ ਦਈਏ, ਕਿ ਉਹ ਸਾਰੀਆਂ ਚੀਜ਼ਾਂ ਉੱਥੇ ਹੋਣਗੀਆਂ ਪਰ ਉਹ ਬਣੀਆਂ ਤਾਂ ਨਜ਼ਰ ਆਉਣਗੀਆਂ ਜੇ ਉਹਦੇ ਅੰਦਰ ਕੈਮਰਾ ਔਰ ਕੈਮਰਾਮੈਨ ਦੋਨੋਂ ਸ਼ਾਮਲ ਹੋਣਗੇ। ਇਸ ਕਰਕੇ ਮੈਨੂੰ ਜ਼ਾਤੀ ਤੌਰ 'ਤੇ ਲੱਗਦਾ ਹੁੰਦਾ ਹੈ ਕਿ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ, ਇਲਹਾਮ ਦੇ ਪ੍ਰਸੰਗ ਦੇ ਬਾਵਜੂਦ, दैवी ਪ੍ਰਕਾਸ਼ ਦੇ ਬਾਵਜੂਦ, ਕਵੀ ਦੀ ਆਪਣੀ ਹਾਜ਼ਰੀ ਬਹੁਤ ਮਹੱਤਵਪੂਰਨ ਉਹਦੇ ਅੰਦਰ ਬਣ ਜਾਂਦੀ ਹੈ, ਕਿਉਂਕਿ ਜਿਹੜੀ ਕਾਵਿ ਭਾਸ਼ਾ ਹੈ ਉਹ ਕਵੀ ਦੀ ਆਪਣੀ ਘਾੜਤ ਹੁੰਦੀ ਹੈ, ਉਹਦੀ ਡਾਇਰੈਕਟ ਇਹਦੇ ਅੰਦਰ ਸ਼ਮੂਲੀਅਤ ਹੈ। ਕਵੀ ਦਾ ਜਿਹੜਾ ਸ਼ਊਰ ਹੈ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ, ਉਹ ਵੀ ਇਹਦੇ ਵਿੱਚ ਬਹੁਤ ਵੱਡਾ ਦਖਲ ਦਿੰਦਾ ਕਿ ਤੁਸੀਂ ਕਿਸੇ ਗੱਲ ਨੂੰ ਕਿਸ ਨਜ਼ਰੀਏ ਤੋਂ, ਕਿਸ ਨੁਕਤਾ ਨਿਗਾਹ ਤੋਂ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਸੋ ਇਉਂ ਕੁਛ ਗੱਲਾਂ ਜਿਹੜੀਆਂ ਥੀਰੀ ਦੇ ਰੂਪ ਵਿੱਚ ਕਵਿਤਾ ਦੇ ਪ੍ਰਸੰਗ ਵਿੱਚ ਬਹੁਤ ਵਾਰੀ ਕਹੀਆਂ ਗਈਆਂ, ਸਮਝੀਆਂ ਗਈਆਂ, ਇਸ ਤਰੀਕੇ ਨਾਲ ਇਹਨੂੰ ਅਸੀਂ ਇੱਕ ਤਰ੍ਹਾਂ ਦੀ ਪਿਛੋਕੜ ਬਣਾ ਸਕਦੇ ਹਾਂ। ਹੁਣ ਮੈਂ ਥੋੜ੍ਹਾ ਕਵਿਤਾ ਦੇ ਵਿੱਚ ਦਾਖਲ ਹੁੰਦਾ ਕਿਉਂਕਿ ਅਵਤੁਸ਼ੈਂਕੋ ਨੇ ਕਿਹਾ ਸੀ ਕਿ ਕਵੀ ਦੀ ਜਿਹੜੀ ਅਸਲੀ ਕਥਨ ਹੈ, ਜਾਂ ਉਹਨੇ ਆਤਮ ਕਥਾ ਕਿਹਾ ਕਿ ਉਹਦੀ ਕਵਿਤਾ ਹੁੰਦੀ ਹੈ ਅਸਲ 'ਚ, ਬਾਕੀ ਗੱਲਾਂ ਉਹਦੀ ਵਿਆਖਿਆ ਹੋ ਸਕਦੀ ਹੈ ਨਾ। ਇਹ ਜਿੰਨੀਆਂ ਗੱਲਾਂ ਆਪਾਂ ਹੁਣ ਤੱਕ ਕੀਤੀਆਂ ਇਹ ਕਵਿਤਾ ਦੀ ਵਿਆਖਿਆ ਹੋ ਸਕਦੀ ਹੈ, ਪਰ ਕਵੀ ਆਪਣੇ ਤੌਰ 'ਤੇ ਕਵਿਤਾ ਨੂੰ ਕੀ ਕਹਿੰਦਾ। ਮੈਂ ਕੁਛ ਇੱਕ ਪੋਇਟਰੀ ਇਹਦੇ ਵਿੱਚ ਪੜ੍ਹੀ ਹੈ, ਪੰਜਾਬੀ ਦੇ ਮੈਂ ਕਵੀ ਵੀ ਪੜ੍ਹੇ ਔਰ ਕੁਛ ਇੱਕ ਅੰਗਰੇਜ਼ੀ ਜਾਂ ਹਿੰਦੀ ਦੀਆਂ ਕਵਿਤਾਵਾਂ ਆਪਣੀ ਸਾਰੀ ਅੱਜ ਦੀ ਗੱਲਬਾਤ ਦਾ ਇਸ ਦਾ ਇੱਕ ਹਿੱਸਾ ਬਣਨਗੀਆਂ। ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਦਾ ਨਵਤੇਜ ਭਾਰਤੀ ਹੋਰਾਂ ਤੋਂ। ਉਹਨਾਂ ਦੀਆਂ ਅਲੱਗ-ਅਲੱਗ ਟੁਕੜੀਆਂ ਨੇ ਕਵਿਤਾਵਾਂ ਦੀਆਂ, ਜਦੋਂ ਉਹਨਾਂ ਨੂੰ ਲੜੀ 'ਚ ਪੜ੍ਹਾਂਗੇ ਤਾਂ ਵੀ ਉਹ ਪੂਰੀ ਦੀ ਪੂਰੀ ਇੱਕ ਜਿਹਨੂੰ ਸਿਧਾਂਤਕ ਭਾਸ਼ਾ ਦੇ ਅੰਦਰ ਕਾਵਿ ਸ਼ਾਸਤਰ ਉਹਨਾਂ ਦਾ ਇੱਕ ਉਸਰਦਾ ਨਜ਼ਰ ਆਏਗਾ ਸਾਨੂੰ ਕਿ ਕਵਿਤਾ ਕੀ ਹੈ। ਉਹ ਲਿਖਦੇ ਨੇ ਕਿ ਕਵਿਤਾ ਲਿਖਣਾ ਸੂਰਜ ਦੇ ਸਨਮੁਖ ਹੋਣਾ ਹੈ। ਮਤਲਬ ਸੂਰਜ ਹੁਣ ਤੁਸੀਂ ਸਭ ਜਾਣਦੇ ਹੋ ਕਿ ਚਾਨਣ ਦੇ ਪ੍ਰਕਾਸ਼ ਵਿੱਚ ਆ ਜਾਣਾ, ਅਤੇ ਸੁਰਜੀਤ ਪਾਤਰ ਨੇ ਇਹ ਵੀ ਲਿਖਿਆ ਸੀ ਕਿ ਉਜਲੇ ਸ਼ੀਸ਼ੇ ਸਾਹਮਣੇ ਮੈਨੂੰ ਚਿਰ ਤੱਕ ਨਾ ਖਲਿਆਰ, ਹੈ ਨਾ। ਅਸੀਂ ਸੂਰਜ ਦੇ ਸਾਹਮਣੇ ਆਉਣ ਤੋਂ ਡਰਦੇ ਵੀ ਹਾਂ ਕਿਉਂਕਿ ਉੱਥੇ ਤੁਹਾਡੇ ਚਿਹਰੇ ਦੇ ਨਕਸ਼ ਆ ਜਿਹੜੇ ਉਹ ਬਿਲਕੁਲ ਸਾਫ਼ ਹੋ ਜਾਂਦੇ ਆ। ਪਰ ਕਵਿਤਾ ਲਿਖਣ ਲਈ ਫਿਰ ਤੁਹਾਨੂੰ ਸੂਰਜ ਦੇ ਸਨਮੁਖ ਹੋਣਾ ਹੀ ਪੈਂਦਾ। ਕਵਿਤਾ ਲਿਖਣਾ ਸੂਰਜ ਦੇ ਸਨਮੁਖ ਹੋਣਾ ਹੈ। ਕਵੀ ਥਾਂ ਥਾਂ ਚਾਨਣ ਦੇ ਖੂਹ ਲਾਉਂਦਾ ਹੈ, ਤਾਂ ਇੱਕ ਤਰ੍ਹਾਂ ਚਾਨਣ ਦਾ, ਰੌਸ਼ਨੀ ਦਾ ਵਣਜ ਕਰਦੇ ਆ ਕਵੀ। ਉਹ ਇੱਕ ਇਸ ਤਰ੍ਹਾਂ ਦੀ ਦੁਕਾਨ ਹੈ ਕਵੀਆਂ ਦੀ ਜਿੱਥੋਂ ਰੌਸ਼ਨੀ ਵੰਡਦੇ ਆ ਲੋਕਾਂ ਲਈ। ਹੱਥ ਤਾਂ ਕਲਮ ਫੜਦੇ ਹੀ ਹਨ, ਇਸ ਨੂੰ ਸ਼ਬਦ ਨਹੀਂ ਦਿੰਦੇ।
ਇੱਥੇ ਇਸ ਕਵਿਤਾ 'ਚ ਬਹੁਤ ਵੱਡਾ ਵਧੀਆ ਸੰਵਾਦ ਹੈ ਕਿ ਕਵਿਤਾ ਕਵੀ ਲਿਖਦਾ ਹੈ ਜਾਂ ਕਵਿਤਾ ਦੈਵੀ ਰੂਪ 'ਚ ਉਤਰਨ ਵਾਲੀ ਕੋਈ ਚੀਜ਼ ਹੈ। ਬਹੁਤ ਸੋਹਣੀ ਉਹਨਾਂ ਦੀ ਕਵਿਤਾ ਕਿ ਹੱਥ ਤਾਂ ਕਲਮ ਫੜਦੇ ਹੀ ਹਨ, ਇਸ ਨੂੰ ਸ਼ਬਦ ਨਹੀਂ ਦਿੰਦੇ। ਸ਼ਬਦ ਕਿੱਥੋਂ ਆਉਂਦੇ ਹਨ, ਨਾ ਕਲਮ ਨੂੰ ਪਤਾ ਹੈ, ਨਾ ਹੱਥ ਨੂੰ, ਤੇ ਨਾ ਮੈਨੂੰ। ਜਿਵੇਂ ਪੂਰਨ ਸਿੰਘ ਨੇ ਵੀ ਕਿਹਾ ਸੀ ਕਿ ਜਿਹੜੇ ਅੱਖਰ ਨੇ ਉਹ ਡਿੱਗਦੇ ਮੇਰੇ ਹੱਥ ਛੋਟੇ, ਤੇ ਹੈ ਨਾ, ਉਹਨਾਂ ਨੇ ਸਾਰਾ ਹੋਰ ਪ੍ਰਸੰਗ ਦੇ ਅੰਦਰ ਕਿਹਾ। ਔਰ ਨਵਤੇਜ ਭਾਰਤੀ ਆਪਣੀ ਕਵਿਤਾ ਦੇ ਅੰਦਰ ਕਵੀ ਹੋਣ ਦੀ ਕੁਆਲੀਫਿਕੇਸ਼ਨ ਬਹੁਤ ਸੋਹਣੇ ਔਰ ਸੰਖੇਪ ਰੂਪ 'ਚ ਦੱਸਦੇ ਆ ਕਿ ਕਵੀ ਕੌਣ ਹੋ ਸਕਦਾ। ਉਹ ਕਹਿੰਦੇ ਲਿਖਦੇ ਆ ਕਿ ਜੋ ਵੇਖ ਸਕਦਾ ਹੈ ਉਹ ਕਵਿਤਾ ਲਿਖ ਸਕਦਾ ਹੈ। ਕਵਿਤਾ ਦੇ ਲਿਖਣ ਲਈ ਵੇਖਣਾ ਬੜਾ ਜ਼ਰੂਰੀ ਹੈ। ਵੇਖਣ ਦੇ ਅੰਦਰ ਸਾਰੇ ਤੁਹਾਡੇ ਜਿਹੜੇ ਆਯਾਮ ਨੇ, ਤੁਹਾਡਾ ਅਵਲੋਕਨ ਹੈ, ਤੁਹਾਡਾ ਨਜ਼ਰੀਆ ਹੈ, ਉਹ ਸਾਰਾ ਮਿਲ ਕੇ ਫਿਰ ਤੁਹਾਡੇ ਅੰਦਰ ਜਿਸ ਕਿਸਮ ਦੀ ਤਬਦੀਲੀ ਕਰਦਾ, ਉਹ ਤੁਹਾਡੀ ਕਵਿਤਾ ਦੇ ਨਕਸ਼ ਨੁਹਾਰ ਦੇ ਪਹਿਲੇ ਮੁਕਾਮ ਉੱਥੇ ਬਣ ਸਕਦੇ ਆ। ਔਰ ਇੱਕੋ ਲਿਖਦੇ ਆ ਕਿ ਯਥਾਰਥ ਦੀ ਖਿੱਚ ਗ੍ਰੈਵਿਟੀ ਵਰਗੀ ਹੈ। ਜਿਵੇਂ ਅਸੀਂ ਧਰਤੀ ਦੀ ਖਿੱਚ ਤੋਂ ਮੁਕਤ ਨਹੀਂ ਹੋ ਸਕਦੇ ਧਰਤੀ 'ਤੇ ਰਹਿੰਦਿਆਂ ਹੋਇਆਂ, ਇਹ ਪੋਸੀਬਲ ਨਹੀਂ ਹੈ। ਯਥਾਰਥ ਦੀ ਖਿੱਚ ਗ੍ਰੈਵਿਟੀ ਵਰਗੀ ਹੈ, ਇਸ ਦਾ ਨਾੜੂਆ ਕੇਵਲ ਕਵਿਤਾ ਹੀ ਕੱਟ ਸਕਦੀ ਹੈ। ਇਸ ਤੋਂ ਤੁਹਾਨੂੰ ਮੁਕਤ ਕੋਈ ਕਵਿਤਾ ਕਰ ਸਕਦੀ ਹੈ। ਜਦੋਂ ਬੋਟ ਦੇ ਖੰਭ ਨਿਕਲ ਆਉਂਦੇ ਹਨ, ਉਹਨੂੰ ਆਲ੍ਹਣੇ 'ਚੋਂ ਪਹਿਲਾ ਧੱਕਾ ਕਵਿਤਾ ਹੀ ਦਿੰਦੀ ਹੈ। ਤਾਂ ਇਉਂ ਕਵਿਤਾ ਤੁਹਾਡੇ ਸਾਰੇ ਬੰਧਨਾਂ ਤੋਂ ਮੁਕਤ ਕਰਨ ਵਾਸਤੇ, ਤੁਹਾਨੂੰ ਨਵਾਂ ਆਕਾਸ਼ ਦੇਣ ਵਾਸਤੇ, ਤੁਹਾਡੇ ਸੁਪਨਿਆਂ ਨੂੰ ਉਡਾਰੀ ਦੇਣ ਵਾਸਤੇ ਕਵਿਤਾ ਦਾ ਹੋਣਾ ਬਹੁਤ ਜ਼ਰੂਰੀ ਹੈ, ਜਾਂ ਕਵਿਤਾ ਇਹ ਕੰਮ ਕਰਦੀ ਹੈ। ਅੱਗੋਂ ਨਵਤੇਜ ਭਾਰਤੀ ਹੋਰੀ ਲਿਖਦੇ, ਮੈਂ 5-4 ਚੀਜ਼ਾਂ ਉਹਨਾਂ ਦੀਆਂ ਇਕੱਠੀਆਂ ਹੀ ਪੜ੍ਹਦਾ। ਮੈਂ ਕਵਿਤਾ ਜੋੜਦਾ ਨਹੀਂ, ਬਸ ਸ਼ਬਦਾਂ ਉੱਤੋਂ ਕਰਮ ਧਰਮ ਤੇ ਕਾਲ ਅਕਾਲ ਦੀ ਸੁਆਹ ਹੀ ਝਾੜਦਾ ਹਾਂ। ਇਹ ਆਪੇ ਹੀ ਆਪਣੀ ਲੋਅ ਵਿੱਚ ਦਗ ਉੱਠਦੇ ਹਨ। ਮਤਲਬ ਮੈਂ ਭਾਸ਼ਾ ਬਾਰੇ ਥੋੜ੍ਹੀ ਗੱਲ ਅਗਲੇ ਹਿੱਸੇ 'ਚ ਜਾ ਕੇ ਕਰੂੰਗਾ। ਔਰ ਆਖਰ ਵਿੱਚ ਉਹ ਜਿਹੜੀ ਮਤਲਬ ਕਵਿਤਾ ਲਿਖਣ ਦਾ ਮਰਮ ਹੈ, ਉਹਦੇ 'ਚ ਪੇਸ਼ ਕਰਦੇ ਉਹ ਟੁਕੜਾ ਉਹਨਾਂ ਦੀ ਕਵਿਤਾ ਦਾ। ਕਵਿਤਾ ਲਿਖਣ ਵੇਲੇ ਮੈਂ ਅੱਖਰ ਅੱਖਰ ਕੱਟਿਆ ਜਾਂਦਾ ਹਾਂ, ਸਤਰ ਸਤਰ ਚੀਰਿਆ ਜਾਂਦਾ ਹਾਂ। ਜਦੋਂ ਕਵਿਤਾ ਵਿਗਸ ਉੱਠਦੀ ਹੈ ਤਾਂ ਮੈਂ ਬਿਨਸ ਜਾਂਦਾ ਹਾਂ। ਔਰ ਕਵਿਤਾ ਲਿਖਣਾ ਸ਼ਹੀਦ ਹੋਣਾ ਹੈ। ਇਹ ਬਹੁਤ ਸਾਰਾ ਇੱਕ ਤਰ੍ਹਾਂ ਦਾ ਕਵੀ ਦਾ, ਜਿਵੇਂ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਉਹ ਗਜ਼ਲ ਸੀ ਕਿ ਸ਼ਹੀਦੀ ਦੇ ਕੇ ਐਸੀ ਖੁਦ ਨੂੰ ਵੀ ਹੈਰਾਨ ਕਰਦਾ ਹਾਂ, ਮੈਂ ਆਪਣੇ ਸੀਸ ਨੂੰ ਸਿਰ ਵਾਸਤੇ ਕੁਰਬਾਨ ਕਰਦਾ ਹਾਂ। ਉਹਦੇ ਵਿੱਚ ਇੱਕ ਸ਼ੇਰ ਸੀ ਕਿ ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ, ਮੈਂ ਖੁਦ ਨੂੰ ਲੱਭਦਿਆਂ ਆਪਣਾ ਬੜਾ ਨੁਕਸਾਨ ਕਰਦਾ ਹਾਂ। ਇਸ ਤਰ੍ਹਾਂ ਕਵੀ ਕਵਿਤਾ ਦੀ ਤਲਾਸ਼ ਅੰਦਰ ਆਪਣੀ ਉਸ ਬਹੁਤ ਭੰਨ ਤੋੜ ਨੂੰ ਅੰਦਰੋਂ ਲਹੂ ਲੁਹਾਨ ਹੁੰਦਾ ਹੋਇਆ, ਜਿਹਨੂੰ ਨਵਤੇਜ ਭਾਰਤੀ ਦੀ ਕਵਿਤਾ ਸ਼ਹਾਦਤ ਨਾਲ ਜੋੜਦੀ ਹੈ ਕਿ ਕਵਿਤਾ ਜਿਹੜੀ ਉਹ ਇੱਕ ਤਰ੍ਹਾਂ ਸ਼ਹੀਦ ਹੋਣ ਵਾਲਾ ਕੰਮ ਹੈ। ਇਸੇ ਤਰ੍ਹਾਂ ਸਾਡੇ ਇੱਕ ਹੋਰ ਨਵੀਂ ਪੀੜ੍ਹੀ ਦੇ ਸਾਡੇ ਸਮਕਾਲੀ ਕਵੀ ਗੁਰਪ੍ਰੀਤ ਨੇ, ਜਿਹੜੇ ਇਹ ਇੱਕ ਵੱਡੇ ਪਹਿਲੇ ਕਵੀਆਂ 'ਚੋਂ ਸਾਡੇ ਸੀਨੀਅਰ, ਜਿਹੜੇ ਨਵਤੇਜ ਭਾਰਤੀ ਹੋਰਾਂ ਦੀ ਕਵਿਤਾ ਆਪਾਂ ਪੜ੍ਹ ਰਹੇ ਸੀ। ਹੁਣ ਗੁਰਪ੍ਰੀਤ ਦੀਆਂ ਕੁਛ ਚੀਜ਼ਾਂ ਪੜ੍ਹਦੇ ਹਾਂ ਕਿ ਕਵੀ ਨੂੰ ਪੁੱਛਿਆ ਕਿੱਥੋਂ ਆਉਂਦੀ ਹੈ ਕਵਿਤਾ। ਕਵੀ ਨੂੰ ਪੁੱਛਿਆ ਕਿੱਥੋਂ ਆਉਂਦੀ ਹੈ ਕਵਿਤਾ, ਇਸ ਨੂੰ ਲਿਖਣ ਪੜ੍ਹਨ ਦਾ ਢੰਗ ਕੀ ਹੈ। ਉਹ ਸੱਜੇ ਝਾਕਿਆ ਤੇ ਫਿਰ ਖੱਬੇ, ਉਹਨੇ ਉਤਾਂਹ ਦੇਖਿਆ ਤੇ ਫਿਰ ਹੇਠਾਂ, ਤੇ ਮੁਸਕਰਾਇਆ ਮਾਮੂਲੀ ਜਿਹਾ। ਜਿਹੜੀ ਅਸੀਂ ਉਹ ਗੱਲ ਸ਼ੁਰੂ 'ਚ ਕੀਤੀ ਸੀ ਕਿ ਕਵਿਤਾ ਕਿੱਥੇ ਨਹੀਂ ਹੈ, ਤਾਂ ਇਹ ਚਾਰ ਦਿਸ਼ਾਵਾਂ ਦੇ ਅੰਦਰ ਜਿਹੜਾ ਕਵੀ ਦਾ ਕਵਿਤਾ ਬਾਰੇ ਕੋਈ ਵੀ ਬਿਆਨ ਇਸ ਕਵਿਤਾ ਦੇ ਅੰਦਰ, ਹੁਣ ਦੇਖੋ ਖੂਬਸੂਰਤੀ ਕਿ ਕਵੀ ਨੇ ਕਿਤੇ ਨਹੀਂ ਕਿਹਾ ਕਿ ਇਹ ਕਵਿਤਾ ਕੀ ਹੈ ਜਾਂ ਕੀ ਹੁੰਦੀ ਹੈ। ਸਿਰਫ ਉਹਦੇ ਜਿਹੜੇ ਵਿਅੰਗਾਤਮਕ ਇਸ਼ਾਰੇ ਨੇ, ਉੱਤੇ ਦੇਖਣਾ, ਹੇਠੇ ਦੇਖਣਾ, ਸੱਜੇ ਦੇਖਣਾ, ਖੱਬੇ ਦੇਖਣਾ ਤੇ ਥੋੜ੍ਹਾ ਜਿਹਾ ਮੁਸਕਰਾ ਦੇਣਾ, ਇਹ ਸਾਰੇ ਅੰਦਰ ਵੀ ਕਵਿਤਾ ਦੀ ਇੱਕ ਬਹੁਤ ਔਰਗੈਨਿਕ ਪਰਿਭਾਸ਼ਾ ਪਈ ਹੋਈ ਹੈ, ਮੌਲਿਕ ਪਰਿਭਾਸ਼ਾ ਇੱਕ ਤਰੀਕੇ ਨਾਲ ਪਈ ਹੋਈ ਹੈ। ਇੱਕ ਉਹਨਾਂ ਦੀ ਹੋਰ ਛੋਟੀ ਜਿਹੀ ਕਵਿਤਾ ਹੈ ਕਿ ਸ਼ਬਦ
ਉਛਾਲਦਾ ਹੈ ਮੈਨੂੰ ਹਵਾ ਵਿੱਚ ਗੇਂਦ ਵਾਂਗ ਤੇ ਬੁੱਚ ਲੈਂਦਾ ਹੈ। ਸ਼ਬਦ ਉਛਾਲਦਾ ਹੈ ਮੈਨੂੰ ਗੇਂਦ ਵਾਂਗ ਤੇ ਬੁੱਚ ਲੈਂਦਾ ਹੈ। ਇਹ ਸ਼ਬਦ ਹੀ ਹੈ ਜਿਹੜਾ ਜਿਹਦੇ 'ਚ ਨਵਤੇਜ ਭਾਰਤੀ ਹੋਰਾਂ ਦੀ ਕਵਿਤਾ ਸੀ ਕਿ ਜਿਹੜਾ ਤੁਹਾਨੂੰ ਆਲਣੇ 'ਚੋਂ ਧੱਕਾ ਦਿੰਦਾ, ਜਿਹੜਾ ਤੁਹਾਡਾ ਧਰਤੀ ਦੀਆਂ ਜੜ੍ਹਾਂ ਨਾਲੋਂ ਤੁਹਾਡਾ ਨਾੜੂਆ ਕੱਟਦਾ, ਧਰਤੀ ਦੀ ਜਿਹੜੀ ਜਮੂਦ ਨਾਲੋਂ ਤੁਹਾਨੂੰ ਤੋੜਦਾ, ਪਰ ਨਾਲ ਦੀ ਨਾਲ ਜਿਹੜੀ ਠਾਰ ਵੀ ਤੁਹਾਡੀ ਉਸ ਸ਼ਬਦ ਅੰਦਰ, ਉਸ ਕਵਿਤਾ ਦੇ ਅੰਦਰ ਹੀ ਪਈ ਹੁੰਦੀ ਹੈ, ਜਿਹੜੀ ਤੁਹਾਨੂੰ ਕੁਝ ਦੇਰ ਦੂਰ ਸੁੱਟਦੀ ਹੈ ਆਪਣੇ ਤੋਂ ਅਤੇ ਫਿਰ ਆਪਣੇ ਅੰਦਰ ਵਾਪਸ ਲੈ ਲੈਂਦੀ ਹੈ। ਉਹਨਾਂ ਨੇ ਇੱਕ ਛੋਟੀ ਜਿਹੜੀ ਨਵੀਂ ਉਹਨਾਂ ਦੀ ਕਿਤਾਬ ਆਈ ਹੈ ਗੁਰਪ੍ਰੀਤ ਦੀ, ਉਹਦੇ ਅੰਦਰ ਰਾਹਕ ਹੈ, ਉਹਦੇ ਵਿੱਚ ਉਹਨਾਂ ਨੇ ਭੂਮਿਕਾ ਦੇ ਅੰਦਰ ਲਿਖਿਆ ਕਿ ਮੈਂ ਬਹੁਤ ਸਾਦੀਆਂ ਗੱਲਾਂ ਲੱਗਦੀਆਂ ਪਰ ਬਹੁਤ ਮਤਲਬ ਮੀਨਿੰਗਫੁੱਲ, ਕਿ ਮੈਂ ਲਿਖਣ ਲਈ ਕਹਿੰਦੇ ਮੈਂ 5-7 ਡਾਇਰੀਆਂ ਰੱਖਦਾ ਅਤੇ ਉਹਦੇ ਵਿੱਚ ਹੀ ਫਿਰ ਮੈਂ ਘਰ ਦਾ ਹਿਸਾਬ ਕਿਤਾਬ ਵੀ ਲਿਖੀ ਜਾਣਾ ਅਤੇ ਵਿੱਚ ਕਿਤੇ ਕਵਿਤਾ ਵੀ, ਅਤੇ ਜਦੋਂ ਮੈਂ ਫਰੋਲਦਾ ਤਾਂ ਕਈ ਵਾਰੀ ਘਰ ਦਾ ਕੋਈ ਹਿਸਾਬ ਆ ਜਾਂਦਾ, ਵਿੱਚ ਹੀ ਕਵਿਤਾ ਨਿਕਲ ਆਉਂਦੀ ਹੈ। ਤਾਂ ਇਹ ਹੁਣ ਕੀ ਹੈ ਕਿ ਕਵਿਤਾ ਅਸਲ ਵਿੱਚ ਜ਼ਿੰਦਗੀ ਦੇ ਨਾਲ ਇੰਨੀ ਗਹਿਰੀ ਜੁੜੀ ਹੋਈ ਹੈ ਕਿ ਸਾਰੇ ਹਿਸਾਬਾਂ ਕਿਤਾਬਾਂ ਅਤੇ ਦੁਨਿਆਵੀ ਸਾਡੀਆਂ ਕਿਰਿਆਵਾਂ ਦੇ ਵਿੱਚ ਇਹ ਰਚੀ ਰਮੀ ਔਰ ਖਲਤ ਮਲਤ ਹੋਈ ਪਈ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ ਕਵਿਤਾ। ਇਸ ਤਰ੍ਹਾਂ ਇੱਥੋਂ ਸਾਨੂੰ ਨਿਸ਼ਾਨ ਇਹਦਾ ਮਿਲਦਾ। ਤੁਸੀਂ ਦੇਖੋਗੇ ਕਿ ਕਵਿਤਾ ਲਿਖਣ ਲਈ ਬਹੁਤ ਵੱਡੇ ਵਿਸ਼ਿਆਂ ਦੀ ਜ਼ਰੂਰਤ ਨਹੀਂ ਹੈ। ਜਿਵੇਂ ਜਿਹੜੇ ਨਵੇਂ ਕਵੀ ਜਦੋਂ ਆਉਣਾ ਸ਼ੁਰੂ ਕਰਦੇ ਆ ਕਵਿਤਾ ਦੇ ਖੇਤਰ ਦੇ ਅੰਦਰ, ਤਾਂ ਉਹ ਫਿਰ ਕਿਸੇ ਵੱਡੇ ਤੋਂ ਪੁੱਛਦੇ ਆ ਕਿ ਮੈਨੂੰ ਕੋਈ ਵਿਸ਼ੇ ਦੱਸੋ ਜਿਹਦੇ 'ਤੇ ਮੈਂ ਕਵਿਤਾ ਲਿਖ ਸਕਾਂ। ਪਰ ਜਦੋਂ ਫਿਰ ਉਹ ਵੱਡੇ ਕਵੀ ਹੋ ਜਾਂਦੇ ਆ, ਅਨੁਭਵ ਵੱਡਾ ਹੋ ਜਾਂਦਾ, ਤਾਂ ਫਿਰ ਉਹ ਜਾਣਦੇ ਕਿ ਕਵਿਤਾ ਲਈ ਕੋਈ ਵੱਡਾ ਛੋਟਾ ਵਿਸ਼ਾ ਨਹੀਂ ਹੁੰਦਾ। ਨਹਿਰੂ ਜਿਹੜਾ ਉਹ ਆਪਣੀ ਬਿੱਲੀ ਬਾਰੇ ਕਵਿਤਾ ਲਿਖ ਦਿੰਦਾ ਔਰ ਆਪਣੇ ਕੋਟ ਬਾਰੇ ਕਵਿਤਾ ਲਿਖ ਦਿੰਦਾ, ਆਪਣੇ ਸੂਟ ਨਾਲ ਗੱਲਾਂ ਕਰਦਾ ਉਹ ਕਿ ਮੈਂ ਜਦੋਂ ਤੇਰੇ ਵਿੱਚ ਆਪਣਾ ਸਰੀਰ ਪਾ ਲੈਂਦਾ ਅਤੇ ਇਸ ਤਰ੍ਹਾਂ। ਹਾਲਾਂਕਿ ਐਂਡ ਵਿੱਚ ਉਹ ਫਿਰ ਕਵਿਤਾ ਇੱਥੇ ਬਣਦੀ ਹੈ ਕਿ ਜਿਸ ਦਿਨ ਮੈਨੂੰ ਗੋਲੀ ਵੱਜੀ ਉਸ ਦਿਨ ਤੂੰ ਵੀ ਪਾਟ ਜਾਏਗਾ। ਤਾਂ ਇਉਂ ਜਿਹੜੀਆਂ ਛੋਟੀਆਂ ਵਸਤਾਂ ਵੀ ਨੇ ਉਹ ਵੀ ਕਵਿਤਾ ਦਾ ਇੱਕ ਕਾਰਨ ਬਣਦੀਆਂ ਨੇ। ਪਾਸ਼ ਨੇ ਵੀ ਲਿਖਿਆ ਇੱਕ ਥਾਂ 'ਤੇ ਆਪਣੀ ਕਿਤਾਬ ਦੇ ਅੰਦਰ, ਇੱਕ ਲਿਖਤ ਦੇ ਅੰਦਰ, ਕਿ ਜਿਹੜੀਆਂ ਬਹੁਤ ਅਸੀਂ ਸੁਚੇਤ ਹੋ ਕੇ ਕਵਿਤਾਵਾਂ ਲਿਖਦੇ ਹਾਂ ਉਹ ਬਹੁਤ ਵੱਡੀਆਂ ਕਵਿਤਾਵਾਂ ਨਹੀਂ ਬਣ ਪਾਉਂਦੀਆਂ, ਬਲਕਿ ਜਿਹੜੀਆਂ ਅਚੇਤ ਔਰ ਸੁਤੇ ਸਿੱਧ ਅਸੀਂ ਕਵਿਤਾਵਾਂ ਲਿਖਦੇ ਹਾਂ ਉਹ ਬਹੁਤ ਵੱਡੀਆਂ ਕਵਿਤਾਵਾਂ ਹੋ ਜਾਂਦੀਆਂ। ਉਹਦਾ ਕਾਰਨ ਉਹ ਨਿਸ਼ਚਿਤ ਕਰਦੇ ਆ ਪਾਸ਼ ਕਿ ਅਸਲ ਵਿੱਚ ਜਦੋਂ ਤੁਹਾਡਾ ਅਨੁਭਵ ਪਰਿਪੱਕ ਹੋ ਜਾਂਦਾ ਤਾਂ ਫਿਰ ਬੰਦੇ ਦਾ ਜਿਹੜਾ ਅਚੇਤ ਅਤੇ ਸੁਚੇਤ ਹੈ ਉਹਦੇ ਦਰਮਿਆਨ ਕੋਈ ਬਹੁਤਾ ਫਾਸਲਾ ਨਹੀਂ ਰਹਿ ਜਾਂਦਾ। ਉਹ ਜਦੋਂ ਅਚੇਤ ਤੌਰ 'ਤੇ ਵੀ ਕੋਈ ਛੋਟੀ ਜਿਹੀ ਚੀਜ਼ ਉਹਨੂੰ ਮਿਲਦੀ ਹੈ, ਉਹ ਫਿਰ ਵੱਡੇ ਅਨੁਭਵ ਦੇ ਤਰੀਕੇ ਨਾਲ ਉਹਨੂੰ ਪੇਸ਼ ਕਰ ਦਿੰਦਾ ਆਪਣੀ ਉਸ ਸਾਰੀ ਗੱਲ ਦੇ ਅੰਦਰ। ਹੁਣ ਜਿਹੜੀ ਗੱਲ ਇਸ ਸਾਰੇ 'ਚ ਮੈਂ ਆਪਣੀ ਕਹਿਣੀ ਚਾਹੁੰਦਾ ਸੀ ਉਹ ਇਹ ਸੀਗਾ ਕਿ ਇਹ ਜਿਹੜਾ ਭਾਸ਼ਾ ਦਾ ਸੰਸਾਰ ਹੈ ਅਸਲ ਵਿੱਚ, ਇਹ ਬੰਦੇ ਨੇ ਇਹਨੂੰ ਕੰਕਰੀਟ ਰੂਪ ਦੇਣ ਲਈ, ਜਿਹਨੂੰ ਅਸੀਂ ਸਮੂਰਤਨ ਰੂਪ ਕਹਿੰਦੇ, ਉਹ ਦੇਣ ਲਈ ਬਣਾਇਆ। ਅਸੀਂ ਚੀਜ਼ਾਂ ਦੇ ਨਾਮ ਰੱਖੇ, ਅਸੀਂ ਭਾਵਾਂ ਦੇ ਨਾਮ ਰੱਖੇ, ਆਪਣੀਆਂ ਕਿਰਿਆਵਾਂ ਦੇ ਨਾਮ ਰੱਖੇ। ਤਾਂ ਇਸ ਤਰ੍ਹਾਂ ਭਾਸ਼ਾ ਰਾਹੀਂ ਅਸੀਂ ਇੱਕ ਸਮੂਰਤਨ ਸੰਸਾਰ ਪੈਦਾ ਕੀਤਾ, ਪਰ ਹੌਲੀ ਹੌਲੀ ਅਸੀਂ ਇਸ ਸਮੂਰਤਨ ਸੰਸਾਰ 'ਚੋਂ ਅੱਕ ਗਏ। ਜਿਹੜੀਆਂ ਚੀਜ਼ਾਂ ਅਸੀਂ ਆਪ ਹੀ ਪੈਦਾ ਕੀਤੀਆਂ, ਉਹਨਾਂ ਦੇ ਨਾਂ ਰੱਖੇ, ਉਹਨਾਂ ਨੂੰ ਸੰਗਿਆ ਦਿੱਤੀ, ਉਹਨਾਂ ਤੋਂ ਅਸੀਂ ਆਪ ਹੀ ਅੱਕ ਗਏ ਇੱਕ ਸਮੇਂ 'ਤੇ। ਫਿਰ ਅਸੀਂ ਉਹਨਾਂ ਚੀਜ਼ਾਂ ਦੇ ਰੂਪ ਬਦਲਣੇ ਸ਼ੁਰੂ ਕੀਤੇ, ਪਰ ਕਿਉਂਕਿ ਅਸੀਂ ਬਹੁਤ ਨਿਸ਼ਚਿਤ ਉਹਨਾਂ ਚੀਜ਼ਾਂ ਦੇ ਨਾਂ ਰੱਖ ਸਕੇ ਸੀ, ਉਹ ਤਾਂ ਨਹੀਂ ਬਦਲ ਸਕਦੇ ਸੀ। ਅਸੀਂ ਇਸ਼ਾਰਿਆਂ ਵਿੱਚ ਜਾਂ ਕਵਿਤਾ ਦੀ ਭਾਸ਼ਾ ਦੇ ਅੰਦਰ, ਰੂਪਕਾਂ ਦੇ ਅੰਦਰ, ਬਿੰਬਾਂ ਦੇ ਅੰਦਰ ਉਹਨਾਂ ਚੀਜ਼ਾਂ ਨੂੰ ਅਮੂਰਤ ਕਰਨਾ ਸ਼ੁਰੂ ਕੀਤਾ। ਇਹ ਇੱਕ ਬਹੁਤ ਦਿਲਚਸਪ ਜਿਹੀ ਖੇਡ ਹੈ ਕਿ ਅਸੀਂ ਭਾਸ਼ਾ ਰਾਹੀਂ ਇੱਕ ਸਮੂਰਤ ਸੰਸਾਰ ਪੈਦਾ ਕੀਤਾ, ਅਤੇ ਉਹ ਬਣਿਆ ਹੋਇਆ ਸੰਸਾਰ ਜਿੱਥੇ ਜਿੱਥੇ ਸਾਨੂੰ ਬੁਰਾ ਲੱਗਦਾ ਉਹਨੂੰ ਅਸੀਂ ਅਮੂਰਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਐਬਸਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਸ਼ਾ ਰਾਹੀਂ। ਜਿਸ ਤਰ੍ਹਾਂ ਕਾਵਿ ਭਾਸ਼ਾ ਦੇ ਵਿੱਚ ਆਪਾਂ ਮਤਲਬ ਦੇਖਦੇ ਹਾਂ ਕਿ ਸੰਕੇਤਾਂ ਰਾਹੀਂ ਜਿਹੜੀ ਅਸਲੀ ਗੱਲ ਹੈ, ਜਿਹੜੀ ਸਮੂਰਤਨ ਸੰਸਾਰ ਵਿੱਚ ਪਈ ਹੋਈ ਹੈ, ਉਹਨੂੰ ਅਸੀਂ ਜਦੋਂ ਅਮੂਰਤ ਕਰਕੇ ਇੱਕ ਨਵਾਂ ਉਹਨੂੰ ਪਰਿਭਾਸ਼ਾ ਦੇਣੀ ਚਾਹੁੰਦੇ ਹਾਂ, ਨਵਾਂ ਇੱਕ ਅਰਥ ਦੇਣਾ ਚਾਹੁੰਦੇ ਹਾਂ, ਤਾਂ ਇਹ ਇੱਕ ਸਾਰਾ ਸਿਲਸਿਲਾ ਹੈ। ਸਾਰੇ ਸਾਹਿਤ ਦੀ ਵੀ ਜਾਂ ਸਾਰੀਆਂ ਕਲਾਵਾਂ ਦੀ ਵੀ ਇਹ ਹੈ, ਇੱਕ ਖੇਡ ਹੈ। ਪੇਂਟਿੰਗ ਦੇ ਅੰਦਰ ਤੁਸੀਂ ਜਾਓ ਤਾਂ ਉੱਥੇ ਵੀ ਮਤਲਬ ਅਸੀਂ ਫਿਗਰੇਟਿਵ ਤੋਂ ਲੈ ਕੇ ਪਹਿਲਾਂ ਅਸੀਂ ਫਿਗਰੇਟਿਵ ਜਾਂ ਓਰੀਜਨਲ ਲਾਈਫ ਸਾਈਜ਼ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਕਿ ਬੰਦੇ ਦੇ ਨੈਣ ਨਕਸ਼
ਬਿਲਕੁਲ ਇਹੋ ਜਿਹੇ ਬਣਾਓ ਕਿ ਜਿਸ ਤਰ੍ਹਾਂ ਅਸੀਂ ਜੇ ਉਦਾਹਰਨ ਲੈਣਾ ਹੋ ਸੋਭਾ ਸਿੰਘ ਦੀ ਪੇਂਟਿੰਗਸ ਦਾ ਫਰਜ਼ ਕਰੋ, ਜਾਂ ਈਰਾਨੀ ਪੇਂਟਰਸ ਦੀਆਂ ਜਿਹੜੀਆਂ ਬਿਲਕੁਲ ਲਾਈਫ ਸਾਈਜ਼ ਪੇਂਟਿੰਗਸ ਆ ਉਹਨੂੰ ਤੁਸੀਂ ਦੇਖੋ। ਪਰ ਇੱਕ ਫਿਰ ਪੂਰੇ ਦਾ ਪੂਰਾ ਕਲਾਕਾਰਾਂ ਦਾ ਸੰਸਾਰ ਵੀ ਹੈ ਜਿਹੜੇ ਐਬਸਟਰੈਕਟ ਪੇਂਟਿੰਗ ਵਿੱਚ ਦਿਲਚਸਪੀ ਲੈਂਦੇ ਆ, ਜਿਹੜੇ ਰੰਗਾਂ ਦੁਆਰਾ ਉਹਨਾਂ ਪਛਾਣੀਆਂ ਜਾਣ ਵਾਲੀਆਂ ਫਿਗਰਸ ਨੂੰ ਜਾਂ ਆਕਾਰਾਂ ਨੂੰ ਇੱਕ ਤਰ੍ਹਾਂ ਨਿਰਾਕਾਰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਇਹ ਕੀ ਹੋਇਆ ਕਿ ਅਸੀਂ ਜਿਹੜੀਆਂ ਚੀਜ਼ਾਂ ਨੂੰ ਸਮੂਰਤਨ ਬਿੰਬਾਂ ਦੁਆਰਾ ਜਾਂ ਇੱਕ ਸ਼ਬਦਾਂ ਦੁਆਰਾ ਜਾਂ ਸੰਕੇਤਾਂ ਦੁਆਰਾ ਪਹਿਲਾਂ ਨਿਸ਼ਚਿਤ ਕੀਤਾ ਸੀ, ਸਾਡਾ ਰੋਜ਼ ਦਿਲ ਕਰਦਾ ਕਿ ਅਸੀਂ ਇਹਨੂੰ ਤੋੜ ਕੇ ਪੂਰਾ ਢਾਹ ਕੇ ਬਣਾਈਏ ਜਾਂ ਥੋੜ੍ਹਾ ਥੋੜ੍ਹਾ ਇਹਨੂੰ ਭੰਨ ਤੋੜ ਕੇ ਇਹਨੂੰ ਬਦਲ ਕੇ ਬਣਾਈਏ, ਜਿਹਨੂੰ ਰੂਸੀ ਰੂਪਵਾਦ ਵਾਲੇ ਜਿਹੜੇ ਆਲੋਚਨਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਜਨਬੀਕਰਨ, ਜਿਹਨੂੰ ਉਹ ਡਿਫੈਮਲਾਈਜ਼ ਕਰਦੇ ਚੀਜ਼ਾਂ ਨੂੰ, ਕਿ ਸਾਹਿਤ ਦੇ ਅੰਦਰ ਜਿਹੜੀ ਸਾਹਿਤਿਕਤਾ ਉਹ ਸ਼ਾਇਦ ਇਸ ਕਾਰਨ ਜ਼ਿਆਦਾ ਬਣਦੀ ਹੈ ਕਿ ਜਦੋਂ ਅਸੀਂ ਚੀਜ਼ਾਂ ਨੂੰ ਇੱਕ ਉਹਦਾ ਰੂਪਾਂਤਰਨ ਕਰ ਦਿੰਦੇ ਹਾਂ, ਚੀਜ਼ ਨੂੰ ਬਦਲ ਦਿੰਦੇ ਹਾਂ। ਤਾਂ ਇਸ ਤਰ੍ਹਾਂ ਜਿਵੇਂ ਭਾਰਤੀ ਹੋਰਾਂ ਨਾਲ ਵੀ ਕਵਿਤਾ 'ਚ ਆਇਆ ਸੀ ਕਿ ਯਥਾਰਥ ਨਾਲੋਂ ਜਿਹੜਾ ਟੁੱਟਣਾ ਉਹ ਬਹੁਤ ਮੁਸ਼ਕਿਲ ਹੈ, ਗ੍ਰੈਵਿਟੀ ਵਰਗੀ ਖਿੱਚ ਆ ਉਹਦੇ ਅੰਦਰ। ਤਾਂ ਇਉਂ ਭਾਸ਼ਾ ਦੇ ਇਸ ਮਨੁੱਖ ਦੇ ਬਣਾਏ ਹੋਏ ਸੰਸਾਰ ਨੂੰ ਹੀ ਕਲਾ ਦੇ ਰਸਤਿਓਂ ਅਸੀਂ ਵਾਰ-ਵਾਰ ਚੈਲੰਜ ਕਰਦੇ ਰਹਿੰਦੇ ਹਾਂ, ਉਹਨੂੰ ਤੋੜ-ਫੋੜ ਕਰਦੇ ਰਹਿੰਦੇ ਹਾਂ, ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਮੈਨੂੰ ਮੇਰੀ ਆਪਣੀ ਜਿਹੜੀ ਇੱਕ ਸਮਝ ਹੈ ਕਵਿਤਾ ਦੇ ਬਾਰੇ 'ਚ ਉਹ ਇਹੀ ਹੈ ਕਿ ਕਵਿਤਾ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਕਿ ਅਸੀਂ ਇਸ ਸਾਰੇ ਸੰਸਾਰ ਨੂੰ, ਜਿਹਦੇ ਵਿੱਚ ਸਾਡਾ ਆਪਾ ਵੀ ਸ਼ਾਮਲ ਹੈ, ਜਿਹਦੇ ਵਿੱਚ ਸਾਡਾ ਬਾਹਰਲਾ ਸੰਸਾਰ ਵੀ ਸ਼ਾਮਲ ਹੈ, ਜਿਹਦੇ ਵਿੱਚ ਸਾਡਾ ਦ੍ਰਿਸ਼ਟੀਕੋਣ ਵੀ ਸ਼ਾਮਲ ਹੈ, ਉਹ ਸਾਰਾ ਕੁਛ ਰਲਾ ਮਿਲਾ ਕੇ ਅਸੀਂ ਉਹਨੂੰ ਭਾਸ਼ਾ ਰਾਹੀਂ ਅਮੂਰਤ ਕਰਕੇ ਨਵੇਂ ਸਿਰੇ ਤੋਂ ਮੂਰਤੀਮਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਉਂ ਇਹ ਐਬਸਟਰੈਕਸ਼ਨ ਤੋਂ ਕੰਕਰੀਟ ਵੱਲ ਜਾਣਾ ਅਤੇ ਕੰਕਰੀਟ ਤੋਂ ਫਿਰ ਐਬਸਟਰੈਕਸ਼ਨ ਵੱਲ ਜਾਣਾ ਆਰਟ ਦੇ ਅੰਦਰ ਸਾਰੀ ਇਸ ਤਰ੍ਹਾਂ ਦੀ ਜਿਹੜੀ ਇੱਕ ਲਗਾਤਾਰ ਤੌਰ ਖੇਡ ਚੱਲਦੀ ਰਹਿੰਦੀ ਹੈ। ਔਰ ਜਿਵੇਂ ਮਿਸਾਲ ਦੇ ਤੌਰ 'ਤੇ ਨਹਿਰੂਦਾ ਦੀ ਬਹੁਤ ਪ੍ਰਸਿੱਧ ਨਜ਼ਮ ਹੈ ਕਿ ਮੈਂ ਤੇਰੇ ਨਾਲ ਉਹ ਕੁਝ ਕਰਨਾ ਚਾਹੁੰਦਾ ਜੋ ਬਹਾਰ ਚੈਰੀ ਦੇ ਦਰਖਤ ਨਾਲ ਕਰਦੀ ਹੈ। ਹੁਣ ਅਸੀਂ ਜਿਹੜੀ ਭਾਸ਼ਾ ਦਾ ਪਹਿਲਾ ਸੰਸਾਰ ਬਣਾਇਆ ਉਹ ਇਹ ਹੈ ਕਿ ਜਦੋਂ ਬਹਾਰ ਆਉਂਦੀ ਹੈ ਉੱਥੇ ਫੁੱਲ ਖਿੜ ਜਾਂਦੇ ਹੈ, ਖੁਸ਼ਬੂ ਫੈਲ ਜਾਂਦੀ ਹੈ, ਇੰਨਾ ਕੁ ਅਸੀਂ ਨਿਸ਼ਚਿਤ ਕਰ ਲਿਆ 3-4 ਅਰਥਾਂ ਦੇ ਅੰਦਰ। ਪਰ ਨਹਿਰੂਦਾ ਇਸ ਦਿੱਤੇ ਹੋਏ ਅਰਥ ਤੋਂ ਸੰਤੁਸ਼ਟ ਨਹੀਂ, ਉਹ ਇਹਨੂੰ ਹੋਰ ਵੱਡਾ ਕਰਨਾ ਚਾਹੁੰਦਾ। ਪਰ ਉਹ ਵੱਡਾ ਕਰਨ ਲਈ ਫਿਰ ਜੇ ਦਿੱਤੇ ਹੋਏ ਬਿੰਬਾਂ ਵਿੱਚ ਹੀ ਲਿਖੂਗਾ ਤਾਂ ਫਿਰ ਉਹ ਕਵਿਤਾ ਨਹੀਂ ਬਣ ਸਕਦੀ। ਜਿਵੇਂ ਹੁਣ ਸ਼ਿਵ ਕੁਮਾਰ ਲਿਖਦੇ ਕਿ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ, ਜੇ ਉਹ ਸਿੱਧਾ ਹੀ ਕਹਿੰਦੇ ਵੀ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਤਾਂ ਫਿਰ ਇਹ ਕਵਿਤਾ ਨਹੀਂ ਬਣਨੀ ਸੀ, ਫਿਰ ਇਹ ਗੱਲ ਹੋਣੀ ਸੀ। ਕਵਿਤਾ ਉਹ ਕਦੋਂ ਬਣਦੀ ਹੈ ਜਦੋਂ ਤੁਸੀਂ ਉਹਦੇ ਅੰਦਰ ਇੱਕ ਖਾਸ ਕਿਸਮ ਦਾ ਅਮੂਰਤਨ ਜਾਂ ਅਣਕਿਹਾ ਲੈ ਕੇ ਆਉਂਦੇ ਆ। ਜਦੋਂ ਨਹਿਰੂਦਾ ਇਹ ਕਹਿੰਦਾ ਕਿ ਮੈਂ ਤੇਰੇ ਨਾਲ ਉਹ ਕਰਨਾ ਚਾਹੁੰਦਾ ਜੋ ਬਹਾਰ ਚੈਰੀ ਦੇ ਦਰਖਤ ਨਾਲ ਕਰਦੀ ਹੈ, ਤਾਂ ਇਹ ਫਿਰ ਨਿਰਾ ਪੂਰਾ ਫੁੱਲ ਖਿੜ ਜਾਣ ਜਾਂ ਮਹਿਕ ਦੇ ਵਾਤਾਵਰਨ ਦੇ ਵਰਣਨ ਤੋਂ ਕਿਤੇ ਜ਼ਿਆਦਾ ਹੋਰ ਗੱਲ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਜਿਹੜਾ ਭਾਸ਼ਾ ਦਾ, ਜਿਹਨੂੰ ਅਸੀਂ ਕਾਵਿ ਭਾਸ਼ਾ ਦੇ ਨਾਲ ਵੀ ਜੋੜਦੇ ਹਾਂ, ਬਿੰਬਾਵਲੀ ਦੇ ਨਾਲ ਜੋੜਦੇ ਹਾਂ, ਕਵੀ ਦੀ ਆਪਣੀ ਇੱਕ ਜਿਹੜੀ ਕਵਿਤਾਕਾਰੀ ਦੀ ਚੋਇਸ ਨਾਲ ਜੋੜਦੇ ਹਾਂ, ਉਹ ਸਾਰਾ ਅਸਲ ਵਿੱਚ ਉਸ ਦੀ ਸਮੂਰਤਨ ਤੋਂ ਅਮੂਰਤਨ ਵੱਲ ਦੀ ਯਾਤਰਾ ਦਾ ਇੱਕ ਪ੍ਰੋਸੈਸ ਹੈ, ਜਿਹਨੂੰ ਆਪਣੀ ਉਹ ਸਮਝ ਅਨੁਸਾਰ, ਆਪਣੀ ਸਮਰੱਥਾ ਅਨੁਸਾਰ, ਆਪਣੀ ਕਲਾ ਕੌਸ਼ਲਤਾ ਨਾਲ, ਆਪਣੀ ਪ੍ਰਵੀਨਤਾ ਨਾਲ ਜਿੰਨਾ ਕਰ ਸਕਦਾ ਉਹ ਅਸੀਂ ਉਹਦੇ 'ਚੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਰਸ਼ੀਅਨ ਰਾਈਟਰ ਹੈ ਵੇਰਾ ਪੈਵਲੋਵਾ, ਕਾਫੀ ਸਾਰੀਆਂ ਉਹਨੇ ਔਰਤ ਬਾਰੇ ਕਵਿਤਾਵਾਂ ਲਿਖੀਆਂ। ਉਹਦੀ ਗੱਲ ਮੈਨੂੰ ਬੜੀ ਸੋਹਣੀ ਲੱਗੀ, ਖਾਸ ਤੌਰ 'ਤੇ ਕਾਵਿ ਭਾਸ਼ਾ ਦੇ ਪ੍ਰਸੰਗ ਵਿੱਚ, ਕਿ ਉਹ ਕਹਿੰਦੀ ਮੈਂ ਕਵਿਤਾ ਵਿੱਚ ਸ਼ਬਦ ਇਉਂ ਰੱਖਦੀ ਹਾਂ ਜਿਵੇਂ ਵਿਦੇਸ਼ ਯਾਤਰਾ ਲਈ ਆਪਣਾ ਸੂਟਕੇਸ ਤਿਆਰ ਕਰ ਰਹੀ ਹੋਵਾਂ। ਮੈਂ ਚੀਜ਼ਾਂ ਨੂੰ ਚੁਣਦੀ ਹਾਂ ਕਿਹੜੀਆਂ ਕਿਹੜੀਆਂ, ਜਿਹੜੀਆਂ ਸਭ ਤੋਂ ਜ਼ਰੂਰੀ, ਸਭ ਤੋਂ ਆਕਰਸ਼ਕ। ਆਪਾਂ ਜਦੋਂ ਬਾਹਰ ਜਾਂਦੇ ਹਾਂ, ਜਿਹੜੇ ਨਵੇਂ ਜੋੜੇ ਹੁੰਦੇ ਆਪਾਂ ਉਹ ਕੱਪੜੇ ਲੈ ਕੇ ਜਾਂਦੇ ਹਾਂ ਕਿ ਇਹ ਪਾ ਕੇ ਜਾਈਏ। ਸਭ ਤੋਂ ਜ਼ਰੂਰੀ, ਸਭ ਤੋਂ ਆਕਰਸ਼ਕ, ਸਭ ਤੋਂ ਹਲਕੀਆਂ ਅਤੇ ਸਭ ਤੋਂ ਛੋਟੀਆਂ, ਜਿਹਦੇ ਨਾਲ ਤੁਹਾਡਾ ਸੂਟਕੇਸ ਪਾਟਣ 'ਤੇ ਨਾ ਆ ਜਾਏ। ਇਸੇ ਤਰ੍ਹਾਂ ਹੀ ਕਵਿਤਾ ਵੀ ਸਭ ਤੋਂ ਛੋਟੇ, ਸੰਖੇਪ, ਦਿਲਕਸ਼ ਅਤੇ ਜ਼ਰੂਰੀ ਸ਼ਬਦਾਂ ਨਾਲ ਬਣਦੀ। ਉਹਦੇ ਵਿੱਚ ਵੀ ਬੇਲੋੜਾ ਸਮਾਨ ਨਹੀਂ ਪਾਇਆ ਜਾ ਸਕਦਾ। ਉਹ ਬਹੁਤ ਇੱਕ ਮਾਡਰਨ ਤਰੀਕੇ ਦੀ ਸਿਮਲੀ ਉਹਨੇ ਇਹਦੇ 'ਚ ਸਿਮਿਲੈਰਿਟੀ
ਪੈਦਾ ਕੀਤੀ। ਔਰ ਜਿਹੜੇ ਅਸ਼ੋਕ ਵਾਜਪਾਈ ਨੇ, ਹਿੰਦੀ ਦੇ ਬਹੁਤ ਵੱਡੇ ਸ਼ਾਇਰ ਨੇ, ਥਿੰਕਰ ਨੇ, ਉਹਨਾਂ ਨੇ ਮਤਲਬ ਇਹ ਸਾਰੀ ਗੱਲ ਨੂੰ ਹੀ ਇਉਂ ਬਣਾਇਆ ਕਿ ਜਿਹੜੀ ਅਸੀਂ ਅਮੂਰਤਨ ਤੋਂ ਸਮੂਰਤਨ ਜਾਂ ਸਮੂਰਤਨ ਸੰਸਾਰ ਤੋਂ ਅਮੂਰਤਨ, ਐਬਸਟਰੈਕਟ ਤੋਂ ਕੰਕਰੀਟ ਵਾਲੀ ਗੱਲ ਕਰ ਰਹੇ ਸੀ ਕਿ ਦੁਨੀਆ ਦੇ ਅੰਦਰ ਬਹੁਤ ਸਾਰੇ ਸੱਚ ਹੁੰਦੇ ਆ। ਅਸਲ ਇੱਕ ਸੱਚ ਨਹੀਂ ਹੈ ਪੂਰੀ ਦੁਨੀਆ ਦਾ। ਅਤੇ ਜਿਹੜੀ ਕਵਿਤਾ ਇਹ ਬਹੁਤ ਸਾਰੇ ਸੱਚਾਂ ਦੀ ਬਣੀ ਹੁੰਦੀ ਹੈ, ਬਹੁਤ ਸਾਰੇ ਸੱਚ ਇਹਦੇ ਵਿੱਚ ਦਖਲ ਦੇ ਰਹੇ ਹੁੰਦੇ ਆ। ਮਤਲਬ ਉਹ ਇਹਨੂੰ ਜਿਹੜੀ ਸੱਚਾਂ ਦੀ ਪਲੂਰਲਟੀ ਕਹਿੰਦੇ ਆ ਕਿ ਜਿਹੜੇ ਸੱਚ ਹੈ ਉਹ ਬਹੁਤ ਤਰ੍ਹਾਂ ਦੇ ਨੇ, ਬਹੁਤ ਆਯਾਮੀ ਨੇ। ਅਤੇ ਕਵਿਤਾ ਉਹਨਾਂ ਸਾਰੇ ਕਿਸਮ ਦੇ ਛੋਟੇ ਵੱਡੇ, ਮਹਾਨ ਨਿਗੂਣੇ ਸਾਰੇ ਸੱਚਾਂ ਨੂੰ ਆਪਣੇ ਵਿੱਚ ਅੰਗੀਕਾਰ ਕਰਦੀ ਹੈ। ਔਰ ਇੱਕ ਤਰ੍ਹਾਂ ਕਵਿਤਾ ਦਾ ਜਿਹੜਾ ਇੱਕ ਸੰਸਾਰ ਉਹ ਸਾਰਾ ਖੜਾ ਹੁੰਦਾ। ਅਵਤੂ ਸ਼ੰਕੂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਜਿਹੜੀ ਕਵਿਤਾ ਇਹ ਝੂਠ ਨਹੀਂ ਬਰਦਾਸ਼ਤ ਕਰਦੀ। ਰਾਜਪਾਲ ਜੀ ਨੇ ਉਸ ਕਿਤਾਬ ਦਾ ਅਨੁਵਾਦ ਕੀਤਾ, ਇੱਕ ਕਵੀ ਦੀ ਆਤਮ ਕਥਾ, ਰੂਸੀ ਕਵੀ ਹੈ ਯਵਗੇਨੀ ਅਵਤੂਸ਼ੈਂਕੋ। ਉਹਨੇ ਲਿਖਿਆ ਕਿ ਜਿਹੜੀ ਕਵਿਤਾ ਹੈ ਇਹ ਧੋਖਾ ਨਹੀਂ ਬਰਦਾਸ਼ਤ ਕਰਦੀ। ਅਤੇ ਨਾਲ ਉਹਨਾਂ ਲਿਖਿਆ ਕਿ ਇਹ ਗੁੱਸੇਖੋਰ ਔਰਤ ਵਰਗੀ ਹੁੰਦੀ ਹੈ, ਇਹ ਧੋਖਾ ਕਦੇ ਨਹੀਂ ਚੱਲਦੀ, ਇਹਦੇ ਵਿੱਚ ਹਮੇਸ਼ਾ ਤੁਹਾਨੂੰ ਸੱਚ ਬੋਲਣਾ ਪੈਂਦਾ ਹੈ। ਇਹ ਸਾਰੀ ਗੱਲ ਤੋਂ ਉਹਨੇ ਕਿਹਾ ਕਿ ਕਵੀ ਦਾ ਜਿਹੜਾ ਅਨੁਭਵ ਹੈ ਜਿੰਨਾ ਪ੍ਰਮਾਣਿਕ ਅਤੇ ਸੱਚਾ ਹੋ ਕੇ ਉਹਦੀ ਕਵਿਤਾ ਦੇ ਅੰਦਰ ਆਏਗਾ, ਉਨੀ ਉਹਦੀ ਕਵਿਤਾ ਸੱਚੀ ਹੋ ਜਾਏਗੀ। ਉਹਨਾਂ ਨੇ ਇੱਕ ਅਮਰੀਕਨ ਕਵੀ ਆਰਥਰ ਰੈਂਬੋ ਦੀ ਉਦਾਹਰਨ ਦਿੱਤੀ ਹੈ ਕਿ ਆਰਥਰ ਰੈਂਬੋ ਇੱਕ ਸਮੇਂ 'ਤੇ ਫਿਰ ਆਪਣੀ ਰੋਟੀ ਰੋਜ਼ੀ ਲਈ ਜਿਹੜੇ ਗੁਲਾਮ ਲੋਕ ਸੀ ਉਹਨਾਂ ਦਾ ਵਪਾਰ ਕਰਨ ਲੱਗਿਆ ਸੀ। ਇਸ ਕਿਸਮ ਦੇ ਉਹ ਟਰੇਡ ਵਿੱਚ ਪੈ ਗਿਆ ਅਤੇ ਲਗਭਗ ਫਿਰ 27 ਸਾਲ ਦੀ ਉਮਰ 'ਚ ਉਹਨੇ ਕਵਿਤਾ ਲਿਖਣੀ ਛੱਡ ਦਿੱਤੀ ਸੀ, ਕਿਉਂਕਿ ਉਹਦਾ ਜਿਹੜਾ ਕੰਮ ਸੀ ਉਹ ਬਹੁਤ ਕਵਿਤਾ ਤੋਂ ਦੂਰ ਖੜਾ ਕਰਨ ਵਾਲਾ ਕੰਮ ਸੀ। ਅਤੇ ਕਵੀ ਫਿਰ ਆਪਣੀ ਕਵਿਤਾ ਵਿੱਚ ਜੇ ਆਉਣਾ ਤਾਂ ਉਹਨੂੰ ਕਿਸੇ ਸੱਚਾਈ ਨਾਲ ਆਉਣਾ ਪਏਗਾ। ਤਾਂ ਇਸ ਤਰ੍ਹਾਂ ਜਿਹੜਾ ਕਵੀ ਦੇ ਜੀਵਨ ਅਨੁਭਵ ਦਾ ਸੱਚ ਹੈ ਉਹ ਜਿੰਨਾ ਪ੍ਰਮਾਣਿਕ ਹੋ ਕੇ ਉਹਦੀ ਕਵਿਤਾ ਦੇ ਅੰਦਰ ਆਏਗਾ, ਜਿੰਨਾ ਕਵੀ ਅਤੇ ਕਵਿਤਾ ਸਾਨੂੰ ਨੇੜੇ ਖੜੇ ਨਜ਼ਰ ਆਉਣਗੇ, ਉਨੀ ਕੋਈ ਵੀ ਕਵਿਤਾ ਸ਼ਾਨਦਾਰ, ਜਾਨਦਾਰ ਅਤੇ ਦੇਰ ਤੱਕ ਬਚੀ ਰਹਿਣ ਵਾਲੀ ਕਵਿਤਾ ਇੱਕ ਤਰੀਕੇ ਨਾਲ ਬਣ ਸਕਦੀ ਹੈ। ਔਰ ਇੱਕ ਨਜ਼ਮ ਪੜ੍ਹਦੇ ਹਾਂ ਨਹਿਰੂਦਾ ਦੀ ਕਿ ਜਿਹੜੀ ਕਵਿਤਾ ਉਹ ਕਿਸ ਤਰ੍ਹਾਂ ਉਹਦੇ ਕੋਲ ਆਉਂਦੀ ਹੈ। ਉਹਨਾਂ ਨੇ ਲਿਖਿਆ ਇਹ ਕਵਿਤਾ, ਕਿਉਂਕਿ ਅੰਗਰੇਜ਼ੀ ਵਿੱਚੋਂ ਮੈਂ ਲਈ ਹੈ, ਥੋੜ੍ਹਾ ਇਹਦਾ ਜਿਵੇਂ ਹਿੰਦੀ ਵਾਲੇ ਇਹਨੂੰ ਕਹਿੰਦੇ ਭਾਵਨਵਾਦ ਹੈ, ਇਹਦਾ ਸਿੱਧਾ ਇਹਦਾ ਡਾਇਰੈਕਟ ਟਰਾਂਸਲੇਸ਼ਨ ਨਹੀਂ ਹੈ, ਉਹਦਾ ਪੂਰੇ ਦਾ ਪੂਰਾ ਇੱਕ ਭਾਵ ਮੈਂ ਪੰਜਾਬੀ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇੱਕ ਵਕਤ ਸੀ ਕਵਿਤਾ ਆਈ ਮੈਨੂੰ ਲੱਭਦੀ, ਮੈਨੂੰ ਨਹੀਂ ਪਤਾ ਉਹ ਕਿੱਥੋਂ ਆਈ ਸੀ, ਸਿਆਲਾਂ 'ਚੋਂ ਜਾਂ ਨਦੀ ਤੋਂ, ਪਰ ਉਹ ਆਵਾਜ਼ਾਂ ਨਹੀਂ ਸਨ, ਸ਼ਬਦ ਵੀ ਨਹੀਂ ਸਨ ਅਤੇ ਨਾ ਹੀ ਚੁੱਪ। ਇੱਕ ਗਲੀ 'ਚੋਂ ਮੈਨੂੰ ਹਾਕ ਪਈ, ਮੇਰੇ ਕੋਲ ਕੋਈ ਨਾਂ ਨਹੀਂ ਸੀ ਅਤੇ ਨਾ ਹੀ ਰਾਹ, ਮੇਰੀਆਂ ਅੱਖਾਂ ਖਾਲੀ ਹੋ ਗਈਆਂ ਸਨ। ਅਚਾਨਕ ਲਰਜ਼ਿਆ ਮੇਰੀ ਰੂਹ ਵਿੱਚ ਕੁਛ, ਤਾਪ ਸੀ ਜਾਂ ਟੁੱਟੇ ਹੋਏ ਖੰਭ, ਚਿਤਵਿਆ ਮੈਂ ਕਿ ਅੱਗ ਤੇ ਮੈਂ ਰਲ ਕੇ ਪਹਿਲੀ ਮੱਧਮ ਜਿਹੀ ਸਤਰ ਲਿਖ ਰਹੇ ਹਾਂ। ਮੈਂ ਵੇਖਿਆ ਅਚਨਚੇਤ ਅੰਬਰ ਮੋਕਲਾ ਤੇ ਅਨੰਤ, ਤਾਰਿਆਂ ਦੇ ਪਹੀਆਂ 'ਤੇ ਸਵਾਰ ਹੋ ਕੇ ਮੈਂ ਨਿਕਲ ਪਿਆ ਅਤੇ ਦਿਲ ਮੇਰਾ ਖਿਲਰ ਗਿਆ ਪੌਣਾਂ ਵਿੱਚ। ਤਾਂ ਇਸ ਤਰ੍ਹਾਂ ਕਵਿਤਾ ਜਦੋਂ ਕਵੀ ਕੋਲ ਆਉਂਦੀ ਹੈ ਤਾਂ ਇੱਕ ਅਜੀਬ ਕਿਸਮ ਦੀਆਂ ਚੀਜ਼ਾਂ ਉਹਦੇ ਅੰਦਰ ਵਾਪਰਦੀਆਂ। ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਸ਼ਾਇਦ ਕਿਸੇ ਵਿਚਾਰ ਨੂੰ ਲੈ ਕੇ ਕਵਿਤਾ ਲਿਖਦੇ ਹਾਂ, ਕਿ ਵਿਚਾਰ ਨੂੰ ਅਸੀਂ ਸ਼ਬਦ ਦੇ ਦਿੰਦੇ ਹਾਂ ਅਤੇ ਉਹ ਕਵਿਤਾ ਹੋ ਜਾਂਦੀ ਹੈ। ਬਹੁਤ ਵਾਰੀ ਸ਼ਾਇਦ ਇਸ ਤੋਂ ਅਲੱਗ ਵੀ ਹੁੰਦਾ ਕਿ ਕੋਈ ਸ਼ਬਦ, ਉਹਦੀ ਆਵਾਜ਼ ਸ਼ਬਦ ਦੀ ਧੁਨ, ਸ਼ਬਦ ਦੀ ਰਮਜ਼, ਕੋਈ ਵਿਚਾਰ ਆਪਣੇ ਨਾਲ ਲੈ ਕੇ ਆ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਵਾਪਰਦੀਆਂ। ਇਵੇਂ ਹਿੰਦੀ ਦੇ ਕਵੀ ਨੇ ਮਣੀ ਮੋਹਨ, ਉਹਨਾਂ ਦੀ ਇੱਕ ਛੋਟੀ ਜਿਹੀ ਕਵਿਤਾ, ਮੱਥੇ ਤੋਂ ਵਹਿੰਦਾ ਪਸੀਨਾ ਕਦੇ ਕਦੇ ਬੁੱਲ੍ਹਾਂ ਤੱਕ ਆ ਜਾਂਦਾ ਹੈ। ਮੱਥੇ ਤੋਂ ਵਹਿੰਦਾ ਪਸੀਨਾ ਕਦੇ ਕਦੇ ਬੁੱਲ੍ਹਾਂ ਤੱਕ ਆ ਜਾਂਦਾ ਹੈ,
ਕਦੇ ਕਦੇ ਗੱਲਾਂ 'ਤੇ ਤਿਲਕਦੇ ਅੱਥਰੂ ਵੀ ਆ ਜਾਂਦੇ ਨੇ ਬੁੱਲਾਂ ਤੱਕ। ਕਦੇ ਕਦੇ ਇਉਂ ਹੀ ਵਗਦੇ ਵਗਦੇ ਆ ਜਾਂਦਾ ਹੈ ਲਹੂ ਵੀ ਹੋਂਠਾਂ ਤੱਕ। ਇਉਂ ਹੀ ਕਦੇ ਕਦੇ ਆਉਂਦਾ ਹੈ ਹੋਂਠਾਂ ਤੱਕ ਨਮਕ ਦਾ ਸਵਾਦ। ਕਦੇ ਕਦੇ ਇਉਂ ਹੀ ਆ ਜਾਂਦੀ ਹੈ ਕਵਿਤਾ ਦੀ ਭਾਸ਼ਾ ਹੋਂਠਾਂ ਤੱਕ। ਮੈਂ ਮੰਗਲੇਸ਼ ਡਰਾਬਰਾਲ ਦੀ ਮੈਨੂੰ ਹੁਣੀ ਕਵਿਤਾ ਦਾ ਇੱਕ ਛੋਟਾ ਜਿਹਾ ਹਿੱਸਾ ਯਾਦ ਆਉਂਦਾ ਸੀ ਕਿ ਜਿਹੜੀਆਂ ਉਹਨਾਂ ਨੇ ਲਿਖਿਆ ਕਿ ਔਰਤਾਂ ਜਿਹੜੀਆਂ ਨੇ ਇਹ ਰਸੋਈ ਘਰ ਵਿੱਚ ਵਾਪਰਦੇ ਨਮਕ ਦੀਆਂ ਬਣੀਆਂ ਹੁੰਦੀਆਂ ਨੇ। ਤਾਂ ਇੱਥੇ ਜਿਹੜਾ ਨਮਕ ਦਾ ਇਹ ਰੈਫਰੈਂਸ ਸੀ, ਇਹ ਇੱਕ ਇਕੱਲਾ ਬਿੰਬ ਹੀ ਨਹੀਂ ਹੈ, ਇਹ ਮੈਟਾਫਰ। ਤੁਸੀਂ ਸਭ ਜਿਹੜੇ ਕਵਿਤਾ ਨੂੰ ਪਿਆਰਨ ਵਾਲੇ ਸਮਝਣ ਵਾਲੇ ਲੋਕ ਆ ਉਹ ਜਾਣਦੇ ਆ ਕਿ ਕਿਵੇਂ ਸ਼ਬਦ ਬਿੰਬ ਬਣ ਜਾਂਦੇ ਆ, ਕਿਵੇਂ ਸ਼ਬਦ ਪ੍ਰਤੀਕ ਹੋ ਜਾਂਦੇ ਆ, ਕਿਵੇਂ ਸ਼ਬਦ ਰੂਪਕ ਬਣ ਜਾਂਦੇ ਆ। ਤਾਂ ਇਹ ਸਾਰਾ ਕੁਛ ਜਿਹੜਾ ਕਵਿਤਾ ਦੇ ਇੱਕ ਤਰ੍ਹਾਂ ਦੇ ਪ੍ਰਸੰਗ ਦੇ ਅੰਦਰ ਜਿਹੜੇ ਕਵਿਤਾ ਦੇ ਰੂਪ ਹੈ ਉਹ ਵੀ ਅਨੇਕਾਂ ਨੇ। ਛੰਦਬੱਧ ਕਵਿਤਾ ਹੈ, ਲੰਬੀ ਕਵਿਤਾ, ਮਹਾਂਕਾਵ ਹੈ, ਛੋਟੀ ਕਵਿਤਾ, ਕੋਈ ਕਿਸੇ ਰੂਪ ਦੀ ਵਿਆਖਿਆ ਵਾਲੀ ਕਵਿਤਾ ਹੈ, ਕੋਈ ਸੁਜੈਸਟਿਵ ਕਵਿਤਾ, ਹਜ਼ਾਰਾਂ ਨੇ। ਔਰ ਜਿਵੇਂ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਜਿਵੇਂ ਜਿਵੇਂ ਸਾਡੀ ਭਾਸ਼ਾ ਦੀ ਨੁਹਾਰ ਬਦਲਦੀ ਜਾਂਦੀ ਹੈ, ਜਿਵੇਂ ਜਿਵੇਂ ਅਸੀਂ ਦੂਜੇ ਸੰਸਾਰ ਦੀਆਂ ਭਾਸ਼ਾਵਾਂ ਦੇ ਨਾਲ ਰਹਿਣਾ ਸਿੱਖਦੇ ਹਾਂ, ਉਹਨਾਂ ਨੂੰ ਜਾਣਨਾ ਸਿੱਖਦੇ ਹਾਂ, ਤੁਹਾਡੀ ਆਪਣੀ ਭਾਸ਼ਾ ਦੀ ਤਰੱਕੀ ਵੀ ਉਹਦੇ ਨਾਲ ਜੁੜੀ ਹੁੰਦੀ ਹੈ। ਅਤੇ ਇਸ ਤਰ੍ਹਾਂ ਭਾਸ਼ਾ ਦੀ ਤਰੱਕੀ ਦੇ ਨਾਲ ਜਿਹੜੀ ਕਵਿਤਾ ਉਹ ਲਗਾਤਾਰ ਆਪਣਾ ਰੂਪ ਬਦਲਦੀ ਰਹਿੰਦੀ ਹੈ। ਅਮਰੀਕੀ ਕਵੀ ਇੱਕ ਨੇ ਲੂਇਸ ਮੈਕਨੇਸ ਨੇ ਇੱਕ ਕਵਿਤਾ ਲਿਖੀ, ਬੜੀ ਸਟੀਕ, ਮਤਲਬ ਇੱਕ ਤਰ੍ਹਾਂ ਦੀ ਕਵਿਤਾ ਦੀ ਪਰਿਭਾਸ਼ਾ ਉਹਦੇ ਅੰਦਰ, ਉਹ ਆਪਾਂ ਪੜ੍ਹਦੇ ਹਾਂ ਕਿ ਕਵਿਤਾ ਸਥੂਲ ਅਤੇ ਅਵਾਕ ਹੋਣੀ ਚਾਹੀਦੀ ਹੈ ਨਾ। ਹਾਲਾਂਕਿ ਅਸੀਂ ਕਹਿੰਦੇ ਕਿ ਜਿਹੜੀ ਵਾਕਾਂ ਦੀ ਬਣਦੀ ਭਾਸ਼ਾ ਹੈ, ਇੱਥੇ ਅਵਾਕ ਸ਼ਬਦ ਸ਼ਾਇਦ ਠੀਕ ਨਹੀਂ ਹੈ, ਬੇਵਾਕ ਹੋਣਾ ਚਾਹੀਦਾ। ਕਵਿਤਾ ਸਥੂਲ ਅਤੇ ਅਵਾਕ ਹੋਣੀ ਚਾਹੀਦੀ ਹੈ, ਕਿਸੇ ਫਲ ਵਾਂਗ ਗੋਲ ਅਤੇ ਗੂੰਗੀ, ਚੁੱਪ ਜਿਵੇਂ ਖਿੜਕੀ ਦੇ ਬਾਹਰ ਪੱਥਰ ਦਾ ਵਾਧਰਾ ਹੋਵੇ ਜਿਸ 'ਤੇ ਕਾਈ ਜੰਮ ਗਈ ਹੋਵੇ। ਕਵਿਤਾ ਸ਼ਬਦਹੀਣ ਹੋਣੀ ਚਾਹੀਦੀ ਹੈ, ਜਿਵੇਂ ਪੰਛੀਆਂ ਦੀ ਉਡਾਣ। ਕਵਿਤਾ ਵਕਤ ਵਿੱਚ ਅਟਕੀ ਹੋਈ ਹੋਵੇ, ਜਿਵੇਂ ਚੰਨ ਹੋਰ ਉਤਾਂਹ ਜਾਂਦਾ ਹੈ ਦਰਖਤਾਂ 'ਚੋਂ ਟਾਹਣੀ ਦਰ ਟਾਹਣੀ। ਔਰ ਆਖਰ ਵਿੱਚ ਬੜੀਆਂ ਸੋਹਣੀਆਂ ਸਤਰਾਂ ਨੇ ਇਸ ਕਵਿਤਾ ਦੇ ਅੰਦਰ ਕਿ ਕਵਿਤਾ ਸੱਚ ਦੇ ਬਰਾਬਰ ਹੋਣੀ ਚਾਹੀਦੀ ਹੈ ਪਰ ਸੱਚ ਨਹੀਂ। ਕਵਿਤਾ ਸੱਚ ਦੇ ਬਰਾਬਰ ਹੋਣੀ ਚਾਹੀਦੀ ਹੈ ਪਰ ਸੱਚ ਨਹੀਂ। ਕਵਿਤਾ ਨੂੰ ਅਰਥਵਾਨ ਨਹੀਂ ਹੋਣਾ ਚਾਹੀਦਾ, ਅਰਥ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਇਹ ਜਿਹੜੀਆਂ ਕਵਿਤਾਵਾਂ ਅੱਜ ਅਸੀਂ ਵਿਚਾਰੀਆਂ ਉਹ ਕਵੀਆਂ ਦੀਆਂ ਕਾਵਯੁਗਤਾਂ ਬਾਰੇ ਵੀ ਸੀ, ਸਮੁੱਚੀ ਕਵਿਤਾ ਦੇ ਰੂਪ ਸਰੂਪ ਬਾਰੇ ਟਿੱਪਣੀਆਂ ਵੀ ਸੀ। ਤਾਂ ਇਸ ਤਰੀਕੇ ਨਾਲ ਅੱਜ ਅਸੀਂ ਖਾਸ ਤੌਰ 'ਤੇ ਕਵੀਆਂ ਦੀ ਜਿਹੜੀ ਮੌਲਿਕ ਕਵਿਤਾ ਸੀ ਉਹਦੇ ਹਵਾਲੇ ਨਾਲ ਕਵਿਤਾ ਨੂੰ ਸਮਝਣ ਦੀਆਂ, ਜਾਣਨ ਦੀਆਂ ਕੁਛ ਇੱਕ ਗੱਲਾਂ ਕਰ ਸਕੇ। ਔਰ ਜਿਹੜੀ ਗੱਲਬਾਤ ਉਹ ਆਪਣੀ ਲਗਭਗ ਆਖਰ ਦੇ ਵਿੱਚ ਪਹੁੰਚ ਚੁੱਕੀ ਹੈ। ਅਤੇ ਆਖਰ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਕੀ ਕਵਿਤਾ ਦਾ ਕੋਈ ਖਾਸ ਯੁੱਗ ਹੁੰਦਾ ਜਿਹੜੇ ਯੁੱਗ ਵਿੱਚ ਕਵਿਤਾ ਖਾਸ ਤਰ੍ਹਾਂ ਦੀ ਕਵਿਤਾ ਲਿਖੀ ਜਾਂਦੀ ਹੈ, ਜਾਂ ਇਨ ਜਨਰਲ ਵੀ ਆਮ ਤੌਰ 'ਤੇ ਵੀ ਕਵਿਤਾ ਦਾ ਕੋਈ ਵਕਤ ਹੈ, ਜਾਂ ਅੱਜ ਦੇ ਦੌਰ ਵਿੱਚ ਕਵਿਤਾ ਕਿੱਥੇ ਖੜੀ ਹੈ, ਕਵਿਤਾ ਦੀ ਕੀ ਭੂਮਿਕਾ ਹੈ, ਕੀ ਜ਼ਰੂਰਤ ਹੈ ਕਵਿਤਾ ਦੀ। ਤਾਂ ਮੈਨੂੰ ਲੱਗਦਾ ਹੈ ਕਿ ਅੱਜ ਦੇ ਯੁੱਗ ਵਿੱਚ ਸ਼ਾਇਦ ਕਵਿਤਾ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਬੰਦੇ ਉੱਤੇ ਜਿਹੜੇ ਪੈਣ ਵਾਲੇ ਦਬਾਅ ਨੇ ਉਹ ਬਹੁਤ ਜ਼ਿਆਦਾ ਸੂਖਮ ਹੋ ਗਏ ਨੇ। ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਅੰਕਿਤ ਕਰਨਾ, ਉਹਨਾਂ ਨੂੰ ਲਿਖਣਾ, ਉਹਨਾਂ ਬਾਰੇ ਆਪਣਾ ਪ੍ਰਭਾਵ ਦੇਣਾ, ਕਵਿਤਾ ਤੋਂ ਇਲਾਵਾ ਹੋਰ ਕੋਈ ਉਹਦਾ ਚਾਰਾ ਨਹੀਂ ਬਚਦਾ। ਅੱਜ ਦਾ ਬੰਦਾ ਜਦੋਂ ਆਪਣਾ ਸਹਿਜ ਗਵਾ ਚੁੱਕਾ, ਉਹਦਾ ਜਿਹੜੀ ਮਨੋਗਤੀ ਉਹ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ, ਤਾਂ ਕਵਿਤਾ ਤੁਹਾਨੂੰ ਸਮੇਂ ਸਮੇਂ 'ਤੇ ਕਦਮ ਕਦਮ 'ਤੇ ਰੋਕ ਕੇ ਆਪਣੀ ਗੱਲ ਸੁਣਾਉਂਦੀ ਹੈ। ਤਾਂ ਸ਼ਾਇਦ ਆਪਣੇ ਉਸ ਸਹਿਜ ਨੂੰ ਵਾਪਸ ਹਾਸਲ ਕਰਨ ਲਈ ਵੀ ਅੱਜ ਦੇ ਬੰਦੇ ਲਈ ਕਵਿਤਾ ਬਹੁਤ ਜ਼ਿਆਦਾ ਜ਼ਰੂਰੀ ਹੈ, ਲਾਜ਼ਮੀ ਹੈ, ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਈ ਹੈ। ਰਾਜਨੀਤਿਕ ਮਾਹੌਲ ਜਿਸ ਤਰ੍ਹਾਂ ਦਾ ਹੈ, ਇਹਨੂੰ
ਜਿਵੇਂ ਕਿਹਾ ਜਾਂਦਾ ਕਿ ਜਦੋਂ ਯਥਾਰਥ ਨੂੰ ਪ੍ਰਗਟ ਕਰਨ ਦੇ ਹੋਰ ਕੋਈ ਰਾਹ ਨਾ ਹੋਣ ਤੇ ਫਿਰ ਤੁਸੀਂ ਵਿਅੰਗ ਰਾਹੀਂ ਆਪਣੀ ਗੱਲ ਕਹਿ ਸਕਦੇ ਆ। ਤਾਂ ਕਵਿਤਾ ਵਿਅੰਗ ਦਾ ਸਭ ਤੋਂ ਖੂਬਸੂਰਤ ਤੇ ਸੂਖਮ ਰੂਪ ਹੁੰਦੀ ਹੈ। ਤੇ ਯਥਾਰਥ ਨੂੰ ਕੱਟਣ ਲਈ, ਯਥਾਰਥ ਨਾਲ ਲੜਨ ਲਈ ਵੀ ਅੱਜ ਦੇ ਯੁੱਗ ਵਿੱਚ ਕਵਿਤਾ ਦੀ ਪਹਿਲਾਂ ਤੋਂ ਸ਼ਾਇਦ ਕਿਤੇ ਜ਼ਿਆਦਾ ਮਹੱਤਵਪੂਰਨ ਭੂਮਿਕਾ ਹੈ। ਐਮਰਸਨ ਨੇ ਲਿਖਿਆ ਸੀ ਕਿ ਜਿਹੜਾ ਸਾਹਿਤ ਹੁੰਦਾ ਇਹ ਬ੍ਰਹਿਮੰਡ ਉੱਤੇ ਰਿਪੋਰਟਿੰਗ ਕਰਨ ਵਾਲਾ ਕੰਮ ਹੈ। ਪੂਰੇ ਦੇ ਪੂਰੇ ਬ੍ਰਹਿਮੰਡ ਨੂੰ ਤੁਸੀਂ ਉਹਦੇ 'ਤੇ ਤੁਹਾਡੀ ਟਿੱਪਣੀ ਹੁੰਦੀ ਹੈ। ਤਾਂ ਕਵਿਤਾ ਵੀ ਬਿਲਕੁਲ ਇਸ ਤਰ੍ਹਾਂ ਦਾ ਇੱਕ ਬ੍ਰਹਿਮੰਡ ਤੱਕ ਆਪਣੀ ਆਵਾਜ਼ ਨੂੰ ਦੱਸਣ ਦਾ, ਜਾਣਨ ਦਾ ਇੱਕ ਜ਼ਰੀਆ ਹੈ। ਕਵਿਤਾ ਰਾਹੀਂ ਬੰਦਾ ਆਪਣੇ ਕੋਲ ਆਉਂਦਾ ਅਤੇ ਆਪਣੇ ਕੋਲ ਆਏ ਹੋਏ ਅਨੁਭਵ ਨੂੰ ਦੂਜਿਆਂ ਕੋਲ ਦੱਸਣ ਜਾਂਦਾ ਅਤੇ ਉੱਥੋਂ ਉਹਨਾਂ ਦੇ ਸਮਝੇ ਹੋਏ ਅਨੁਭਵ ਨੂੰ ਫਿਰ ਆਪਣੇ ਅਨੁਭਵ ਨਾਲ, ਜਿਹਨੂੰ ਮੈਂ ਗੱਲ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਕਵਿਤਾ ਜ਼ਿੰਦਗੀ ਵਾਂਗੂ ਬਹੁਤ ਸਾਰੇ ਸੱਚਾਂ ਨਾਲ ਮਿਲ ਕੇ ਬਣਦੀ ਹੈ। ਇਹਦੇ ਵਿੱਚ ਮਹਾਨ ਸੱਚ ਵੀ ਨੇ, ਇਹਦੇ ਵਿੱਚ ਬਹੁਤ ਨਗੂਣੇ ਸੱਚ ਵੀ ਨੇ, ਇਹਦੇ ਵਿੱਚ ਝੂਠ ਵਰਗੇ ਸੱਚ ਵੀ ਨੇ, ਕਿਉਂਕਿ ਝੂਠ ਵੀ ਆਪਣੇ ਆਪ 'ਚ ਇੱਕ ਸੱਚ ਹੁੰਦਾ। ਉਹਨੂੰ ਅਸੀਂ ਜਦੋਂ ਦੂਜੀ ਦਿਸ਼ਾ ਤੋਂ ਜਾ ਕੇ ਦੇਖਦੇ ਹਾਂ ਤਾਂ ਉਹ ਸੱਚ ਲੱਗਣ ਲੱਗ ਜਾਂਦਾ, ਜਦੋਂ ਤੁਸੀਂ ਇੱਕ ਹੋਰ ਐਂਗਲ ਤੋਂ ਦੇਖਦੇ ਹੋ ਤਾਂ ਝੂਠ ਲੱਗਦਾ। ਤਾਂ ਇਸ ਤਰ੍ਹਾਂ ਕਵਿਤਾ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਦੀ ਮਿਲ ਕੇ ਬਣਦੀ ਹੈ ਜਿਨ੍ਹਾਂ ਦਾ ਮਿਲ ਕੇ ਅਸਲ ਵਿੱਚ ਬੰਦਾ ਬਣਦਾ, ਜਿਨ੍ਹਾਂ ਦੀ ਜ਼ਿੰਦਗੀ ਬਣਦੀ ਹੈ। ਤੋ ਆਪਣੇ ਸਾਰੇ ਸੁਪਨਿਆਂ, ਆਕਾਂਖਿਆਵਾਂ, ਆਪਣੀਆਂ ਸਾਰੀਆਂ ਕਮੀਆਂ ਨੂੰ ਦੱਸਣ, ਜਾਣਨ, ਲਿਖਣ, ਬੋਲਣ, ਸਮਝਣ ਲਈ ਕਵਿਤਾ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ। ਔਰ ਇਸ ਤਰ੍ਹਾਂ ਕਵਿਤਾ ਇੱਕ ਤਰੀਕੇ ਨਾਲ, ਜਿਵੇਂ ਅਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਕਵਿਤਾ ਤੁਹਾਨੂੰ ਵਿਸਥਾਰ ਦੀ ਵੀ ਹੈ, ਕਵਿਤਾ ਤੁਹਾਨੂੰ ਪਿਆਰ ਦੀ ਵੀ ਹੈ, ਔਰ ਕਵਿਤਾ ਮਨੁੱਖ ਦੇ ਜੇ ਅੰਗ ਸੰਗ ਹੋਵੇ ਤਾਂ ਸ਼ਾਇਦ ਇਹ ਉਹਦੇ ਬੰਦਾ ਹੋਣ ਦੀ ਗਵਾਹੀ ਵੀ ਹੈ। ਅਤੇ ਇਸ ਤਰ੍ਹਾਂ ਕਵਿਤਾ ਦੀ ਹਾਜ਼ਰੀ ਸਾਡੀਆਂ ਜ਼ਿੰਦਗੀਆਂ ਦੇ ਅੰਦਰ ਬਹੁਤ ਜ਼ਿਆਦਾ ਮੁੱਲਵਾਨ ਬਣ ਜਾਂਦੀ ਹੈ। ਬਹੁਤ ਸ਼ੁਕਰੀਆ।